ਯੂਨੀਵਰਸਿਟੀ ਔਰ ਕਾਲਜਿਸ ਦੇ ਵਿਦਿਆਰਥੀਆਂ ਦੇ ਨਾਲ ਬਹੁਤ ਕੁਝ ਅਣਸੁਖਾਵਾਂ ਜਿਹਾ ਵਾਪਰਦਾ ਸਾਨੂੰ ਨਜ਼ਰ ਆਇਆ। ਕਿਤੇ ਨਾ ਕਿਤੇ ਸਿੱਖ ਮੈਂਟੈਲਿਟੀ ਹੈ ਉਸ ਬੱਚੀ ਦੀ ਜਿਹਨੇ ਇਸ ਤਰ੍ਹਾਂ ਦੀ ਹਰਕਤ ਕੀਤੀ ਹੈ। ਇਹ ਜਿਹੜਾ ਰੋਲ ਜਿਹੜਾ ਐਡਮਿਨਿਸਟ੍ਰੇਸ਼ਨ ਦਾ ਯੂਨੀਵਰਸਿਟੀ ਦਾ, ਚਾਹੇ ਉਹ ਇਨਵੈਸਟੀਗੇਸ਼ਨ ਟੀਮ ਬਣਾਈਆਂ, ਕਿ ਇਹ ਕੋਈ ਛੋਟੀ ਮੋਟਾ ਮਸਲਾ ਨਹੀਂ ਹੈ, ਇਹ ਬਹੁਤ ਸੈਂਸਿਟਿਵ ਇਸ਼ੂ ਹੈ ਔਰ ਖਾਸ ਤੌਰ ਤੇ ਧੀਆਂ ਦਾ ਮਸਲਾ ਆ। ਇਹੋ ਜਿਹਾ ਅਗਰ ਕਿਸੇ ਲੜਕੀ ਦਾ ਕੋਈ ਚੋਰੀ ਛਿਪੇ ਇਹੋ ਜਿਹਾ ਵੀਡੀਓ ਬਣਾਉਂਦਾ ਤਾਂ ਲੜਕੀ ਕਸੂਰਵਾਰ ਨਹੀਂ ਹੁੰਦੀ। ਉਹਨਾਂ ਨੂੰ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈ। ਪੂਰੀ ਦੀ ਪੂਰੀ ਸੁਸਾਇਟੀ, ਅਸੀਂ ਸਾਰੇ ਉਹਨਾਂ ਦੇ ਨਾਲ ਖੜੇ ਹਾਂ। ਸੋਸ਼ਲ ਮੀਡੀਆ ਬੜੀ ਫਾਸਟ ਚੱਲਦਾ ਪਿਆ, ਇਹਦਾ ਮਿਸਯੂਜ਼ ਜਿਹੜਾ ਬਹੁਤ ਜ਼ਿਆਦਾ ਹੋ ਰਿਹਾ। 100% ਜੇ ਡਿਵੋਰਸ ਦੇ ਕੇਸਿਸ ਦੇ ਵਿੱਚੋਂ 90% ਕੇਸ ਇਹਦੇ ਜਿਹੜੇ ਇਹ ਇੰਟਰਨੈਟ ਕਰਕੇ ਹੀ ਹੈ। ਕਿੱਥੇ ਉਹ ਜਿਹੜੀ ਕਮੀ ਜਿਹੜੀ ਆ ਤੁਸੀਂ ਮਹਿਸੂਸ ਕਰਦੇ ਹੋ? ਮਾਵਾਂ ਕੋਲ ਵਕਤ ਹੀ ਨਹੀਂ ਹੈ ਬੱਚਿਆਂ ਨੂੰ ਸਮਝਾਉਣ ਦਾ। ਵਿਦਿਆਰਥੀ ਨੇ ਸੁਸਾਈਡ ਕਰ ਲਿਆ ਔਰ ਕਿਤੇ ਨਾ ਕਿਤੇ ਉਹ ਸੁਸਾਈਡ ਨੋਟ ਦੇ ਵਿੱਚ ਕਿਸੇ ਅਧਿਆਪਕ ਦੇ ਉੱਤੇ ਬੱਚਿਆਂ ਨੂੰ ਚਾਹੀਦਾ ਕਿ ਆਪਣੇ ਟੀਚਰਸ ਤੇ ਜਿਹੜਾ ਵਿਸ਼ਵਾਸ ਕਰਨ। ਟੀਚਰ ਕਦੀ ਵੀ ਤੁਹਾਡਾ ਬੁਰਾ ਨਹੀਂ ਸੋਚ ਸਕਦਾ। ਕੈਨੇਡਾ ਵਰਗੀ ਧਰਤੀ ਦੇ ਉੱਤੇ ਮਿੰਨੀ ਪੰਜਾਬ ਵੱਸ ਗਿਆ, ਉੱਥੇ ਵਿਦਿਆਰਥੀਆਂ ਦੀ ਹੋੜ ਮਚੀ ਹੋਈ ਹੈ। ਸਾਰੇ ਵਿਦੇਸ਼ਾਂ ਦੀ ਜਿਹੜੀ ਦੌੜ ਹੈ, ਜਿਹੜੀ ਹੋੜ ਲੱਗੀ ਹੋਈ ਹੈ, ਉਹਦਾ ਸਾਰੇ ਦਾ ਸਾਰਾ ਜਿਹੜਾ ਮੈਂ ਕਹਾਂਗੀ ਕਿ ਸਰਕਾਰਾਂ ਦੀ ਨਲਾਇਕੀ ਹੈ। ਕੁਛ ਇੱਕ ਖਾਂਦੇ ਪੀਂਦੇ ਘਰਾਂ ਦੇ ਕਾਕੇ ਜਿਹੜੇ ਉੱਥੇ ਗਏ ਆ, ਜ਼ਿਆਦਾ ਮਾਹੌਲ ਉਹ ਖਰਾਬ ਕਰ ਰਹੇ। ਇਹ ਸਿੱਖ ਮੈਂਟੈਲਿਟੀ ਹੈ, ਬਿਮਾਰ ਮਾਨਸਿਕਤਾ ਹੁੰਦੀ ਹੈ ਕੁਝ ਲੋਕਾਂ ਦੀ ਜਿਹੜੇ ਇਸ ਤਰ੍ਹਾਂ ਦੇ ਕਾਂਡ ਕਰਦੇ ਆ। ਐਜੂਕੇਸ਼ਨ ਇੱਕ ਕਮੋਡਿਟੀ ਬਣ ਗਈ ਔਰ ਆਪਣੀਆਂ ਦੁਕਾਨਾਂ ਸਜਾ ਲਈਆਂ ਹੋਈਆਂ। ਡਿਗਰੀਜ਼ ਵੇਚਣ ਦੀ ਜਿਹੜੇ ਧਨ ਕੁਬੇਰ ਹੈ ਨਾ ਸਾਡੇ ਸਮਾਜ ਦੇ ਵਿੱਚ, ਪੈਸੇ ਵਾਲੇ ਲੋਕ ਜਿਹੜੇ ਬੈਠੇ ਆ, ਉਹਨਾਂ ਨੂੰ ਸਰਕਾਰਾਂ ਖੁੱਲੀ ਛੁੱਟੀ ਦੇ ਰਹੀਆਂ। ਜਿਸ ਵਿਦਿਆ ਦੇ ਕਦੀ ਕੌਮੀਕਰਨ ਦੀ ਗੱਲ ਹੁੰਦੀ ਸੀ, ਅੱਜ ਉਹਦਾ ਪੂਰੀ ਤਰ੍ਹਾਂ ਨਾਲ ਵਪਾਰੀਕਰਨ ਕਰ ਦਿੱਤਾ ਗਿਆ। ਬੇਟੀ ਬਚਾਓ ਬੇਟੀ ਪੜਾਓ। ਬੇਟੀ ਬਚਾਓ ਬੇਟੀ ਪੜਾਓ ਵਾਲਾ ਜਿਹੜਾ ਨਾਰਾ ਲੱਗ ਰਿਹਾ ਨਾ, ਉਹਦੇ ਨਾਲ ਨਾਲ ਇਸ ਨਾਰੇ ਨੂੰ ਥੋੜਾ ਜਿਹਾ ਹੋਰ ਅੱਗੇ ਵਧਾ ਲੈਣਾ ਚਾਹੀਦਾ ਕਿ ਪੁੱਤਰਾਂ ਨੂੰ ਵੀ ਸਮਝਾਓ। ਔਰ ਅੱਜ ਬਜ਼ੁਰਗਾਂ ਤੋਂ ਖਾਲੀ ਘਰ ਜਿਹੜੇ ਆ, ਮੈਨੂੰ ਲੱਗਦਾ ਉਹਦੇ ਕਰਕੇ ਵੀ ਸਮਾਜ ਜਿਹੜਾ ਇਹਦੇ ਲਈ ਬਹੁਤ ਵੱਡਾ ਸੰਕਟ ਖੜਾ ਹੋ ਰਿਹਾ। ਤਿਰਛੀ ਨਜ਼ਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇਸ ਖਾਸ ਪੇਸ਼ਕਸ਼ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ, ਹਮੇਸ਼ਾ ਹੀ ਤੁਹਾਡੇ ਨਾਲ ਅਸੀਂ ਖਾਸ ਸ਼ਖਸੀਅਤਾਂ ਨੂੰ ਰੂਬਰੂ ਕਰਾਉਂਦੇ ਰਹਿੰਦੇ ਹਾਂ ਔਰ ਅੱਜ ਇੱਕ ਬਹੁਤ ਹੀ ਖਾਸ ਸ਼ਖਸੀਅਤ ਦੇ ਨਾਲ ਤੁਹਾਨੂੰ ਰੂਬਰੂ ਕਰਾ ਰਹੇ ਹਾਂ। ਮੇਰੀ ਮੁਰਾਦ ਹੈ ਡਾਕਟਰ ਨਵਜੋਤ ਕੌਰ, ਜੋ ਕਿ ਲਾਇਲਪੁਰ ਖਾਲਸਾ ਕਾਲਜ ਫॉर ਵੂਮਨ ਦੇ ਪ੍ਰਿੰਸੀਪਲ ਨੇ। ਬਹੁਤ ਬਹੁਤ ਸਵਾਗਤ ਹੈ ਮੈਡਮ। ਸ਼ੁਕਰੀਆ ਬਹੁਤ ਬਹੁਤ। ਮੈਂ ਤਿਰਛੀ ਨਜ਼ਰ ਟੀਵੀ ਦੀ ਵੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਅੱਜ ਮੌਕਾ ਦਿੱਤਾ ਗੱਲਬਾਤ ਕਰਨ ਦਾ। ਮੈਡਮ, ਅਸੀਂ ਸ਼ੁਰੂਆਤ ਕਰਦੇ ਹਾਂ ਕਿ ਪਿਛਲੇ ਕੁਝ ਦਿਨਾਂ ਵਿੱਚ ਯੂਨੀਵਰਸਿਟੀ ਔਰ ਕਾਲਜਿਸ ਦੇ ਵਿਦਿਆਰਥੀਆਂ ਦੇ ਨਾਲ ਬਹੁਤ ਕੁਝ ਅਣਸੁਖਾਵਾਂ ਜਿਹਾ ਵਾਪਰਦਾ ਸਾਨੂੰ ਨਜ਼ਰ ਆਇਆ। ਇੱਕ ਨਿੱਜੀ ਯੂਨੀਵਰਸਿਟੀ ਜਿਹੜੀ ਚੰਡੀਗੜ੍ਹ ਦੇ ਕੋਲ, ਉੱਥੇ ਇੱਕ ਵਿਦਿਆਰਥਣ ਨੇ ਕੁਝ ਵਿਦਿਆਰਥੀਆਂ ਦੇ ਵੀਡੀਓ ਜਿਹੜੇ ਆ ਉਹ ਲੀਕ ਕੀਤੇ। ਮਸਲਾ ਬਹੁਤ ਜ਼ਿਆਦਾ ਭਖਿਆ। ਇਹ ਓਵਰਆਲ ਤੁਸੀਂ ਇਸ ਸਾਰੇ ਸਿਨੈਰੀਓ ਨੂੰ ਕਿੱਦਾਂ ਦੇਖਦੇ ਆ ਕਿ ਇਹਦੇ ਵਿੱਚ ਕੀ ਸਾਜ਼ਿਸ਼ ਨਜ਼ਰ ਆਉਂਦੀ ਹੈ ਜਾਂ ਅਣਭੋਲਪਣੇ ਵਿੱਚ ਇਹ ਚੀਜ਼ਾਂ ਕੁਝ ਹੋ ਰਹੀਆਂ ਔਰ ਕਿੱਦਾਂ ਅਸੀਂ ਇਸ ਚੀਜ਼ ਤੋਂ ਬਚ ਸਕਦੇ? ਦੇਖੋ, ਮੈਂ ਤੁਹਾਡੀ ਗੱਲ ਦਾ ਜਵਾਬ ਦੇਣ ਤੋਂ ਪਹਿਲਾਂ ਇਹ ਕਹਿਣਾ ਚਾਹਾਂਗੀ ਕਿ ਸੋਸ਼ਲ ਮੀਡੀਆ ਜਿਹੜਾ ਇਸ ਵੇਲੇ ਜਿਹਦੇ ਆਪਾਂ ਬਹੁਤ ਫਾਇਦੇ ਗਿਣਾਉਂਦੇ ਰਹੇ ਹਾਂ ਔਰ ਜਿਸ ਤਰ੍ਹਾਂ ਦੇ ਅੱਜ ਹਾਲਾਤ ਬਣੇ ਹੋਏ ਆ, ਫਾਇਦਿਆਂ ਨਾਲੋਂ ਵੱਧ ਨੁਕਸਾਨ ਦਿਖ ਰਹੇ ਆ। ਇਹ ਸਾਡੀ ਸਰੀਰਕ ਸਿਹਤ 'ਤੇ ਵੀ ਅਸਰਅੰਦਾਜ਼ ਹੋ ਰਿਹਾ, ਮਾਨਸਿਕ ਹੈਲਥ ਵੀ ਸਾਡੀ ਖਰਾਬ ਕਰ ਰਿਹਾ ਔਰ ਸਮਾਜਿਕ ਜ਼ਿੰਦਗੀ ਦੇ ਵਿੱਚ ਵੀ ਇਹਦੀ ਦਖਲਅੰਦਾਜ਼ੀ ਬਹੁਤ ਵੱਧਦੀ ਜਾ ਰਹੀ ਹੈ। ਔਰ ਜਿਹੜੀ ਤੁਸੀਂ ਪ੍ਰਾਈਵੇਟ ਯੂਨੀਵਰਸਿਟੀ ਦੀ ਗੱਲ ਕੀਤੀ ਹੈ, ਉਹਦੇ 'ਚ ਮੈਨੂੰ ਤਾਂ ਇਹੀ ਲੱਗਦਾ ਆ ਕਿ ਕਿਤੇ ਨਾ ਕਿਤੇ ਸਿੱਖ ਮੈਂਟੈਲਿਟੀ ਹੈ ਉਸ ਬੱਚੀ ਦੀ ਜਿਹਨੇ ਇਸ ਤਰ੍ਹਾਂ ਦੀ ਹਰਕਤ ਕੀਤੀ ਹੈ। ਔਰ ਨਾਲ ਦੀ ਨਾਲ ਮੈਂ ਇਹ ਵੀ ਕਹਿਣਾ ਚਾਹਾਂਗੀ ਕਿ ਇਹ ਸਾਰਾ ਜਿਹੜਾ ਮਸਲਾ ਹੈ, ਇਹਦੀ ਤਹਿਕੀਕਾਤ ਬਹੁਤ ਚੰਗੀ ਤਰ੍ਹਾਂ ਹੋਣੀ ਚਾਹੀਦੀ ਹੈ, ਡੂੰਘਾਈ ਦੇ ਨਾਲ ਇਹਦੀ ਜਾਂਚ ਹੋਣੀ ਚਾਹੀਦੀ ਹੈ ਕਿ ਕਿਤੇ ਕੋਈ ਗੈਂਗ ਤਾਂ ਨਹੀਂ ਇਹਦੇ ਵਿੱਚ ਇਨਵੋਲਵ ਹੈ
ਕਿ ਸਿਰਫ ਇਹ ਭੋਲੇਪਨ 'ਚ ਕੀਤਾ ਗਿਆ ਗਲਤੀ ਹੈ? ਇਹਦੇ ਵਿੱਚ ਬਿਗਨਿੰਗ 'ਚ ਹੀ ਇਸ ਤਰ੍ਹਾਂ ਲੱਗਦਾ ਕਿ ਕਿਤੇ ਨਾ ਕਿਤੇ ਪ੍ਰਸ਼ਾਸਨ ਜਿਹੜਾ ਹੈ ਉਹ ਸ਼ਾਇਦ ਡਿਨਾਇਲ ਮੂਡ ਦੇ ਵਿੱਚ ਸੀਗਾ ਕਿ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ, ਲੇਕਿਨ ਹੌਲੀ ਹੌਲੀ ਜਿਉਂ-ਜਿਉਂ ਵਿਦਿਆਰਥੀਆਂ 'ਚ ਤਣਾਅ ਵੱਧਦਾ ਗਿਆ, ਫਿਰ ਇਨਵੈਸਟੀਗੇਸ਼ਨ ਦੇ ਵਿੱਚ ਕੁਝ ਹੁਣ ਸਾਹਮਣੇ ਤੱਥ ਆਉਣੇ ਸ਼ੁਰੂ ਹੋਏ। ਸੋ ਇਹ ਜਿਹੜਾ ਰੋਲ ਜਿਹੜਾ ਐਡਮਿਨਿਸਟ੍ਰੇਸ਼ਨ ਦਾ, ਯੂਨੀਵਰਸਿਟੀ ਦਾ, ਚਾਹੇ ਉਹ ਇਨਵੈਸਟੀਗੇਸ਼ਨ ਟੀਮ ਬਣਾਈਆਂ, ਸੋ ਕਿਸ ਤਰੀਕੇ ਨਾਲ ਲੱਗਦਾ ਕਿ ਤੁਹਾਨੂੰ ਇਹ ਪ੍ਰੋਪਰ ਜਾਂਚ ਹੋ ਪਾਏਗੀ? ਦੇਖੋ, ਜਾਂਚ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਕੋਈ ਛੋਟੀ ਮੋਟਾ ਮਸਲਾ ਨਹੀਂ ਹੈ, ਇਹ ਬਹੁਤ ਸੈਂਸਿਟਿਵ ਇਸ਼ੂ ਹੈ ਜੀ। ਔਰ ਖਾਸ ਤੌਰ ਤੇ ਧੀਆਂ ਦਾ ਮਸਲਾ ਆ। ਜੀ। ਔਰ ਤਹਿਕੀਕਾਤ ਪੂਰੀ ਬਰੀਕੀ ਦੇ ਨਾਲ ਹੋਣੀ ਚਾਹੀਦੀ ਹੈ, ਇਹਨੂੰ ਲੁਕੋਏ ਨਹੀਂ ਜਾਣੇ ਚਾਹੀਦੇ ਤੱਥ। ਔਰ ਜੇ ਕਿਤੇ ਕੋਈ ਇਹਦੇ 'ਚ ਜੋ ਵੀ ਗੁਨਾਹਗਾਰ ਹੈ, ਕਿਉਂਕਿ ਗਲਤੀ ਤੇ ਗੁਨਾਹ ਦੇ ਵਿੱਚ ਬਹੁਤ ਵੱਡਾ ਫਰਕ ਹੈ, ਔਰ ਇਹ ਗੁਨਾਹ ਹੈ, ਇਹਨੂੰ ਮੈਂ ਗਲਤੀ ਨਹੀਂ ਮੰਨਦੀ। ਔਰ ਜੇ ਇਹਦੇ ਵਿੱਚ ਕੋਈ ਸਾਜ਼ਿਸ਼ ਹੈ ਤੇ ਉਹਨੂੰ ਬੇਨਕਾਬ ਕਰਨਾ ਬਹੁਤ ਜ਼ਰੂਰੀ ਹੈ ਔਰ ਚੰਗੀ ਤਰ੍ਹਾਂ ਸਜ਼ਾ ਵੀ ਵੱਡੇ ਪੱਧਰ ਤੇ ਮਿਲਣੀ ਚਾਹੀਦੀ ਹੈ। ਕਿਉਂਕਿ ਆਲਰੇਡੀ ਅਸੀਂ ਦੇਖਦੇ ਹਾਂ ਕਿ ਕੁੜੀਆਂ ਨੂੰ ਅਜੇ ਵੀ ਉਸ ਤਰ੍ਹਾਂ ਦਾ ਸਮਾਜ ਨਹੀਂ ਮਿਲ ਰਿਹਾ ਜਿਸ ਤਰ੍ਹਾਂ ਦੀ ਅਸੀਂ ਆਸ ਕਰਦੇ ਹਾਂ, ਜਿਹੜੀਆਂ ਉਹ ਬੇਖੌਫ ਹੋ ਕੇ ਘਰੋਂ ਪੈਰ ਪੱਟ ਸਕਣ ਔਰ ਆਪਣੇ ਰਾਹਾਂ ਤੇ ਤੁਰ ਸਕਣ। ਇਸ ਕਰਕੇ ਉਹ ਸਮਾਜ ਸਿਰਜਣ ਦੇ ਲਈ ਸਾਨੂੰ ਇਸ ਤਰ੍ਹਾਂ ਦੇ ਜਿਹੜੇ ਗੁਨਾਹਗਾਰ ਹੈ ਉਹਨਾਂ ਨੂੰ ਸਜ਼ਾ ਦੇਣੀ ਬਹੁਤ ਜ਼ਰੂਰੀ ਹੈ। ਇਹਦੇ ਵਿੱਚ ਇੱਕ ਲੜਕੀ ਨੇ ਬਾਕੀ ਲੜਕੀਆਂ ਦੇ ਨਾਲ ਫੇਥ ਜਿਹੜਾ ਉਹਨੂੰ ਬ੍ਰੀਚ ਕੀਤਾ ਕਿਤੇ ਨਾ ਕਿਤੇ। ਔਰ ਹੁਣ ਇਸ ਤਰੀਕੇ ਦੀ ਅਗਰ ਗੱਲ ਕਰੀਏ ਤਾਂ ਬਹੁਤ ਸਾਰੀਆਂ ਲੜਕੀਆਂ ਇਨੀਸ਼ੀਅਲੀ ਇਹੋ ਜਿਹੀਆਂ ਰਿਪੋਰਟਸ ਆਈਆਂ ਕਿ ਕੁਝ ਲੜਕੀਆਂ ਨੇ ਸੁਸਾਈਡ ਅਟੈਂਪਟ ਕਰਨ ਦੀ ਕੋਸ਼ਿਸ਼ ਕੀਤੀ, ਪ੍ਰਸ਼ਾਸਨ ਵੱਲੋਂ ਡਿਨਾਇਲ ਕੀਤਾ ਗਿਆ। ਲੇਕਿਨ ਇਹੋ ਜਿਹਾ ਅਗਰ ਕਿਸੇ ਲੜਕੀ ਦਾ ਕੋਈ ਚੋਰੀ ਛਿਪੇ ਇਹੋ ਜਿਹਾ ਵੀਡੀਓ ਬਣਾਉਂਦਾ ਤਾਂ ਉਹ ਲੜਕੀ ਕਸੂਰਵਾਰ ਨਹੀਂ ਹੁੰਦੀ। ਸੋ ਇਸ ਚੀਜ਼ ਨੂੰ ਤੁਸੀਂ ਕਿੱਦਾਂ? ਬਿਲਕੁਲ, ਮੈਂ ਇਹੀ ਕਹਾਂਗੀ ਕਿ ਬੱਚੀਆਂ ਜਿਹੜੀਆਂ ਧੀਆਂ ਜਿਹੜੀਆਂ ਦੇ MMS ਬਣੇ ਆ ਜਾਂ ਜਿਨ੍ਹਾਂ ਦੇ ਵਾਇਰਲ ਹੋਏ ਆ, ਉਹਨਾਂ ਨੂੰ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈ। ਪੂਰੀ ਦੀ ਪੂਰੀ ਸੁਸਾਇਟੀ, ਅਸੀਂ ਸਾਰੇ ਉਹਨਾਂ ਦੇ ਨਾਲ ਖੜੇ ਆ ਔਰ ਇਹਨਾਂ 'ਚ ਉਹਨਾਂ ਵਿਚਾਰੇ ਬੱਚਿਆਂ ਦਾ ਤਾਂ ਕੋਈ ਕਸੂਰ ਹੀ ਨਹੀਂ ਹੈ। ਔਰ ਉਹਨਾਂ ਨੂੰ ਬਿਲਕੁਲ ਵੀ ਇੰਪੇਸ਼ੈਂਟ ਹੋ ਕੇ ਔਰ ਕਾਹਲੀ ਦੇ ਨਾਲ ਇਦਾਂ ਦਾ ਕੋਈ ਵੀ ਮਰਨ ਮਰਾਉਣ ਦਾ ਫੈਸਲਾ ਨਹੀਂ ਕਰਨਾ ਚਾਹੀਦਾ, ਕਿਉਂਕਿ ਜ਼ਿੰਦਗੀ ਜਿਹੜੀ ਹੈ ਬਹੁਤ ਕੀਮਤੀ ਹੈ। ਔਰ ਖਾਸ ਤੌਰ ਤੇ ਉਹ ਬੱਚੀਆਂ ਜਿਹੜੀਆਂ ਹਾਇਰ ਐਜੂਕੇਸ਼ਨ ਦੇ ਖੇਤਰ 'ਚ ਇਸ ਵੇਲੇ ਤੁਰੀਆਂ ਹੋਈਆਂ ਆ ਔਰ ਉਹਨਾਂ ਦੀ ਜ਼ਿੰਦਗੀ ਤਾਂ ਹੋਰ ਵੀ ਮਾਇਨੇ ਰੱਖਦੀ ਹੈ। ਪੜ੍ਹੀਆਂ ਲਿਖੀਆਂ ਕੁੜੀਆਂ ਵਿਚਾਰੀਆਂ ਜਿਹੜੀਆਂ, ਜੇ ਉਹਨਾਂ ਨਾਲ ਕਿਸੇ ਤਰ੍ਹਾਂ ਦੀ ਵਧੀਕੀ ਹੋਈ ਹੈ ਤੇ ਸਮਾਜ ਨੂੰ ਚਾਹੀਦਾ, ਸਾਨੂੰ ਪੜ੍ਹੇ ਲਿਖੇ ਲੋਕਾਂ ਨੂੰ, ਸਾਨੂੰ ਸੂਝਵਾਨ ਲੋਕਾਂ ਨੂੰ, ਸਾਨੂੰ ਸੰਵੇਦਨਸ਼ੀਲ ਲੋਕਾਂ ਨੂੰ ਇੱਕ ਧਿਰ ਬਣ ਕੇ ਇਹਨਾਂ ਬੱਚੀਆਂ ਦੇ ਨਾਲ ਖੜੇ ਹੋਣਾ ਚਾਹੀਦਾ ਆ। ਸੋ ਬਹੁਤ ਇੰਪੋਰਟੈਂਟ ਹੈ ਕਿ ਕਿਤੇ ਨਾ ਕਿਤੇ ਉਹ ਲੜਕੀਆਂ ਕਦੀ ਵੀ ਆਪਣੇ ਆਪ ਨੂੰ ਕਿਸੇ ਐਂਗਲ ਤੋਂ ਵੀ ਗਿਲਟ ਜਿਹੜਾ ਉਹ ਨਹੀਂ ਹੈ, ਕਿਉਂਕਿ ਉਹਨਾਂ ਦੇ ਨਾਲ ਜਿਹੜਾ ਫੇਥ ਬ੍ਰੀਚ ਜਿਹਨੂੰ ਅਸੀਂ ਕਹਿੰਦੇ, ਧੋਖਾ, ਵਿਸ਼ਵਾਸਘਾਤ ਲੜਕੀ ਵੱਲੋਂ ਕੀਤਾ ਗਿਆ। ਸੋ ਕਿਤੇ ਨਾ ਕਿਤੇ ਰਿਸ਼ਤੇ ਜਿਹੜੇ ਆ ਉਹ ਤਾਰ-ਤਾਰ ਦੋਸਤੀ ਦੇ ਹੁੰਦੇ ਨਜ਼ਰ ਵੀ ਆਉਂਦੇ। ਮੈਡਮ, ਅੱਜ ਕੱਲ੍ਹ ਗੈਜਟਸ ਦਾ ਇਸਤੇਮਾਲ, ਚੂੰਕਿ ਹੁਣ ਟੈਕਨੋਲੋਜੀ ਹੈ, ਸੋਸ਼ਲ ਮੀਡੀਆ ਬੜੀ ਫਾਸਟ ਚੱਲਦਾ ਪਿਆ, ਇਹਦਾ ਮਿਸਯੂਜ਼ ਜਿਹੜਾ ਬਹੁਤ ਜ਼ਿਆਦਾ ਹੋ ਰਿਹਾ। ਸੋ ਇਹਦੇ ਉੱਤੇ ਕਿੱਥੇ ਕੁ ਅਸੀਂ ਲਾਈਨ ਖਿੱਚ ਸਕਦੇ, ਕਿੱਦਾਂ ਦੇਖਦੇ ਹੋ? ਦੇਖੋ, ਪਹਿਲਾਂ ਤਾਂ ਜਿਹੜੀ ਆਪਾਂ ਹੁਣੇ ਗੱਲ ਕੀਤੀ ਹੈ ਕਿ ਜਿਹੜਾ MMS ਬਣੇ ਹੈਗੇ ਆ, ਉਹਦੇ 'ਚ ਵੀ ਇਹ ਦੇਖਣ ਦੀ ਵੀ ਲੋੜ ਹੈ ਕਿ ਉਹ ਜਿਹੜੀ ਬੱਚੀ ਜਿਹਨੇ MMS ਬਣਾਏ ਹੈਗੇ, ਕਿਤੇ ਉਹ ਵਰਗਲਾਈ ਤਾਂ ਨਹੀਂ ਗਈ, ਕਿਤੇ ਉਹਨੇ ਪਹਿਲਾਂ ਭੋਲਪੁਣੇ ਦੇ ਵਿੱਚ, ਭੋਲੇਪਨ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਵਾਇਰਲ ਕਰ ਦਿੱਤੀ ਹੋਵੇ ਕੋਈ ਵੀਡੀਓ ਬਣਾ ਕੇ, ਔਰ ਉਸ ਤੋਂ ਬਾਅਦ ਉਹਨੂੰ ਬਲੈਕਮੇਲ ਕੀਤਾ ਜਾਂਦਾ ਰਿਹਾ ਹੋਵੇ। ਇਹ ਵੀ ਦੇਖਣ ਦੀ ਬਹੁਤ ਲੋੜ ਹੈ, ਸਕੈਂਡਲ ਨੂੰ ਸਮਝਣ ਦੀ ਲੋੜ ਹੈ ਕਿ ਕਿਤੇ ਬਹੁਤ ਪਿੱਛੇ ਇਹਦੇ ਕੋਈ ਬਹੁਤ ਡੂੰਘੇ ਹੱਥ ਨਾ ਹੋਣ। ਔਰ ਦੂਸਰਾ ਜਿਹੜਾ ਤੁਸੀਂ ਕਹਿ ਰਹੇ ਹੋ, ਸੋਸ਼ਲ ਮੀਡੀਆ ਦਾ ਜਿਹੜਾ ਅੱਜ ਕੱਲ੍ਹ ਯੂਜ਼ ਹੋ ਰਹੀ ਹੈ, ਇਹਦੇ 'ਚ ਨਿੱਜ ਵਾਲੀ ਤਾਂ ਹੁਣ ਕੋਈ ਗੱਲ ਹੀ ਨਹੀਂ ਰਹਿ ਗਈ ਹੈ ਨਾ। ਅਸੀਂ ਸੋਚਦੇ ਹੁੰਦੇ ਸੀ ਜਦੋਂ ਅਸੀਂ ਛੋਟੇ ਸੀ ਔਰ ਇਹੀ ਸਾਨੂੰ ਕਿਹਾ ਜਾਂਦਾ ਸੀ, ਸਾਡੇ ਅਵਚੇਤਨ 'ਚ ਇਹ ਗੱਲ ਪਾਈ ਹੋਈ ਸੀ ਕਿ ਰੱਬ ਤੁਹਾਨੂੰ ਦੇਖ ਰਿਹਾ ਹੈ ਨਾ। ਔਰ ਅੱਜ ਤਾਂ ਮੈਂ ਦੇਖਦੀ ਹਾਂ ਕਿ ਇਹ ਜਿਹੜਾ ਸੋਸ਼ਲ ਮੀਡੀਆ, ਜਿਹੜਾ ਇੰਟਰਨੈਟ ਹੈ, ਇਹ ਸਾਡੇ ਬੈਡਰੂਮਸ ਤੱਕ ਆ ਗਿਆ। ਸਾਡੀ ਨਿੱਜਤਾ ਬਿਲਕੁਲ ਹੀ ਖਤਮ ਹੋ ਗਈ ਹੈ। ਔਰ ਹੁਣੇ ਥੋੜੀ ਦੇਰ ਪਹਿਲਾਂ ਮੈਂ ਆਪਣੇ ਕੰਪਿਊਟਰ ਦੇ ਟੀਚਰ ਨਾਲ ਗੱਲ ਕਰ ਰਹੀ ਸੀ ਔਰ ਮੈਨੂੰ ਦੱਸ ਰਹੇ ਸੀ ਕਿ ਮੈਡਮ, ਜਿਹੜੀ ਵੀ ਤੁਹਾਡੀ ਗੱਲਬਾਤ ਹੋ ਰਹੀ ਹੈ ਨਾ, ਜੇ ਇੰਟਰਨੈਟ ਤੁਹਾਡਾ ਔਨ ਹੈ ਤਾਂ ਸਾਰੀ ਗੱਲ ਵੀ ਜਿਹੜੀ ਹੈ ਤੁਹਾਡੀ ਰਿਕਾਰਡ ਹੋ ਰਹੀ ਹੈ। ਔਰ ਇਸ ਕਰਕੇ ਜੇ ਕੋਈ ਪ੍ਰਾਈਵੇਟ ਗੱਲਬਾਤ ਹੈ ਤਾਂ ਆਪਣਾ ਇੰਟਰਨੈਟ ਜ਼ਰੂਰ ਆਫ ਕਰ ਦਿਆ ਕਰੋ। ਦੇਖੋ ਕਿੱਦਾਂ ਦਾ ਖਤਰਨਾਕ ਸਮਾਂ ਚੱਲ ਰਿਹਾ ਕਿ ਤੁਸੀਂ ਆਪਣੇ ਘਰਾਂ 'ਚ ਵੀ ਸੇਫ ਨਹੀਂ ਹੈਗੇ ਔਰ ਤੁਸੀਂ ਕਿਸੇ ਦੇ ਨਾਲ ਵੀ ਆਪਣੀ ਨਿੱਜੀ ਗੱਲਬਾਤ ਜਿਹੜੀ ਹੈ ਉਹਨੂੰ ਵੀ ਜਿਹੜਾ ਹੈ ਤੁਸੀਂ ਨਹੀਂ ਬਚਾ ਸਕਦੇ। ਔਰ ਸਭ ਤੋਂ ਵੱਡੀ ਗੱਲ ਸੰਜੀਵ ਜੀ ਜਿਹੜੀ ਮੈਂ ਦੇਖਦੀ ਹਾਂ ਕਿ ਅੱਜ ਸਮਾਜਿਕ ਤੌਰ ਤੇ ਕਿੰਨਾ ਵੱਡਾ ਨੁਕਸਾਨ ਹੋ ਰਿਹਾ। 100% ਜੇ ਡਿਵੋਰਸ ਦੇ ਕੇਸਿਸ ਦੇ ਵਿੱਚੋਂ 90% ਕੇਸ ਇਹਦੇ ਜਿਹੜੇ ਇਹ ਇੰਟਰਨੈਟ ਕਰਕੇ ਹੀ ਹੈ। ਫੇਕ ਆਈਡੀਜ਼ ਬਣ ਰਹੀਆਂ ਔਰ ਉਹਨਾਂ ਫੇਕ ਆਈਡੀਜ਼ ਦੇ ਨਾਲ ਦੇਖੋ ਘਰ ਕਿੱਦਾਂ ਟੁੱਟ ਰਹੇ ਆ। ਬਹੁਤ ਨੁਕਸਾਨ ਹੋ ਰਿਹਾ ਔਰ ਬਹੁਤ ਜ਼ਿੰਮੇਵਾਰੀ ਦੇ ਨਾਲ ਇੰਟਰਨੈਟ ਔਰ ਇਹ ਸੋਸ਼ਲ ਮੀਡੀਆ ਨੂੰ ਵਰਤਣ ਦੀ ਅੱਜ ਲੋੜ ਹੈ।
ਰੋਲ ਆਫ ਪੇਰੈਂਟਸ ਜਿਹੜਾ ਹੈ ਉਸ ਨੂੰ ਤੁਸੀਂ ਇਸ ਸਾਰੇ ਸਿਨੈਰੀਓ ਵਿੱਚ, ਕਿਉਂਕਿ ਅੱਜ ਅਪਬ੍ਰਿੰਗਿੰਗ ਕਈ ਵਾਰੀ ਇਸ ਤਰੀਕੇ ਨਾਲ ਹੋ ਰਹੀ ਕਿ ਅਸੀਂ ਫਰੀडम ਜਿਹੜੀ ਆ ਉਹ ਸ਼ਾਇਦ ਬੱਚਿਆਂ ਨੂੰ ਜ਼ਰੂਰਤ ਤੋਂ ਜ਼ਿਆਦਾ ਦੇ ਰਹੇ ਆ, ਜਾਂ ਕਿੱਥੇ ਉਹ ਜਿਹੜੀ ਕਮੀ ਜਿਹੜੀ ਆ ਤੁਸੀਂ ਮਹਿਸੂਸ ਕਰਦੇ ਹੋ ਕਿ ਉਹ ਚੀਜ਼ ਜਿਹੜੀ ਆ ਕਿ ਅਸੀਂ ਉਹ ਬੱਚਿਆਂ ਦੀ ਅਪਬ੍ਰਿੰਗਿੰਗ 'ਚ ਕਿਤੇ ਪਿਛੜਦੇ ਜਾ ਰਹੇ ਹਾਂ? ਸੰਜੀਵ ਜੀ, ਇੱਕ ਤਾਂ ਪਹਿਲਾਂ ਮੈਂ ਆਪਣੇ ਕਾਲਜ ਦੀ ਗੱਲ ਦੱਸਦੀ ਹਾਂ। ਸਾਡੇ ਕਾਲਜ ਦੇ ਵਿੱਚ ਕਿਤਾਬੀ ਗਿਆਨ ਦੇ ਨਾਲ ਨਾਲ ਬੱਚਿਆਂ ਨੂੰ ਨੈਤਿਕ ਸਿੱਖਿਆ ਵੀ ਦਿੱਤੀ ਜਾਂਦੀ ਹੈ। ਅਸੀਂ ਮਹੀਨੇ 'ਚ 2 ਵਾਰੀ ਮੈਂ ਆਪ ਪੂਰਾ ਕਾਲਜ ਦੇ ਜਿਹੜੇ ਹੈ ਬੱਚੇ ਸਟਰੀਮ ਵਾਈਜ਼ ਉਹਨੂੰ ਅਟੈਂਡ ਕਰਦੀ ਹਾਂ ਔਰ ਉਹਨਾਂ ਨਾਲ ਗੱਲਬਾਤ ਕਰਦੀ ਹਾਂ ਕਿ ਕਿੰਨਾ ਜ਼ਰੂਰੀ ਹੈ ਅੱਜ ਨੈਤਿਕ ਤੌਰ 'ਤੇ ਆਪਣੇ ਆਪ ਨੂੰ ਸਟਰੋਂਗ ਕਰਨਾ। ਔਰ ਪੇਰੈਂਟਸ, ਮੈਨੂੰ ਇੱਦਾਂ ਲੱਗਦਾ ਕਈ ਵਾਰੀ ਕਿ ਪੈਸੇ ਦੀ ਦੌੜ ਦੇ ਵਿੱਚ ਮਾਵਾਂ ਕੋਲ ਵਕਤ ਹੀ ਨਹੀਂ ਹੈ ਬੱਚਿਆਂ ਨੂੰ ਸਮਝਾਉਣ ਦਾ, ਔਰ ਪੇਰੈਂਟਸ ਵੀ ਔਰ ਟੀਚਰ ਵੀ ਬੱਚਿਆਂ ਦੇ ਨਾਲ ਦੋਸਤਾਨਾ ਰਵੱਈਆ ਰੱਖਣਾ ਚਾਹੀਦਾ। ਬੱਚਿਆਂ ਦੇ ਵਿੱਚ ਇੰਨਾ ਕੌਨਫੀਡੈਂਸ ਹੋਵੇ ਕਿ ਉਹ ਹਰ ਗੱਲ ਜਿਹੜੀ ਹੈ ਆਪਣੇ ਟੀਚਰ ਨਾਲ ਕਰ ਸਕਣ। ਔਰ ਸੰਜੀਵ ਜੀ, ਮੈਂ ਇੱਥੇ ਐਜ਼ ਅ ਪ੍ਰਿੰਸੀਪਲ ਕੰਮ ਕਰ ਰਹੀ ਹਾਂ 6 ਸਾਲ ਤੋਂ, ਔਰ ਮੈਂ ਹਰ ਰੋਜ਼ ਹੀ ਕਲਾਸ ਵੀ ਲੈਂਦੀ ਹਾਂ। ਔਰ ਉਹ ਬੱਚੇ ਮੇਰੇ ਨਾਲ ਇੰਨੇ ਦੋਸਤਾਨਾ, ਉਹਨਾਂ ਦੇ ਸੰਬੰਧ ਇੰਨੇ ਫਰੈਂਡਲੀ ਆ ਕਿ ਮੇਰੇ ਕੋਲ ਹਰ ਰੋਜ਼ ਹੀ ਘੱਟੋ ਘੱਟ 4-5 ਬੱਚੇ ਆ ਜਾਂਦੇ ਆ ਆਪਣੀਆਂ ਪਰਸਨਲ ਪ੍ਰੋਬਲਮਸ ਲੈ ਕੇ। ਕਈਆਂ ਦੀਆਂ ਮਾਂ-ਬਾਪ ਦੀਆਂ ਪ੍ਰੋਬਲਮਸ ਹੈ, ਕਈਆਂ ਦੇ ਸਟੈਪ ਮਦਰ ਦੀ ਪ੍ਰੋਬਲਮ ਹੈ, ਸਟੈਪ ਫਾਦਰ ਹੈ। ਕੁੜੀਆਂ ਨੂੰ ਤੁਹਾਨੂੰ ਪਤਾ ਹੀ ਹੈ ਕਿੱਦਾਂ ਦੀਆਂ ਸਮੱਸਿਆਵਾਂ ਨਾਲ ਜੂਝਣਾ ਪੈਂਦਾ ਹੈ, ਔਰ ਮੈਂ ਹਮੇਸ਼ਾ ਉਹਨਾਂ ਦੀ ਕਾਉਂਸਲਿੰਗ ਕਰਦੀ ਹਾਂ। ਔਰ ਮਾਵਾਂ ਨੂੰ ਵੀ ਚਾਹੀਦਾ ਘਰਾਂ ਦੇ ਵਿੱਚ ਹੀ, ਇਹ ਮੈਨੂੰ ਲੱਗਦਾ ਕਿ ਸਕੂਲ ਤੋਂ ਹੀ ਸ਼ੁਰੂ ਹੋ ਜਾਣਾ ਚਾਹੀਦਾ ਹੈ ਕਾਉਂਸਲਿੰਗ ਜਿਹੜੀ ਹੈ ਨਾ ਬੱਚਿਆਂ ਦੀ, ਉਹਨਾਂ ਨੂੰ ਹੁਣ, ਕਿਉਂਕਿ ਇਹ ਬਹੁਤ ਵੱਡੀ ਪ੍ਰੋਬਲਮ ਹੈ ਸਾਡੀ, ਔਰ ਇਹ ਸਾਡੀ ਜ਼ਿੰਦਗੀ 'ਚ ਹੁਣ ਸੋਸ਼ਲ ਮੀਡੀਆ ਆ ਹੀ ਚੁੱਕਾ ਪੂਰੀ ਤਰ੍ਹਾਂ, ਔਰ ਬਚਪਨ ਤੋਂ ਹੀ ਉਹਨਾਂ ਨੂੰ ਦੱਸਣ ਦੀ ਲੋੜ ਹੈ ਕਿ ਇਹਦੇ ਕੀ ਨੁਕਸਾਨ ਹੈ ਔਰ ਕੀ ਫਾਇਦੇ ਹੈ, ਕਿਸ ਤਰ੍ਹਾਂ ਇਹਨੂੰ ਯੂਜ਼ ਕਰਨਾ ਹੈ। ਸੋ ਬੜਾ ਇੰਪੋਰਟੈਂਟ ਹੈ ਕਿ ਪੇਰੈਂਟਸ ਦਾ ਰੋਲ ਜਿਹੜਾ ਅੱਜ ਕਿਤੇ ਨਾ ਕਿਤੇ ਉਹ ਬੱਚਿਆਂ ਦੇ ਨਾਲੋਂ ਸ਼ਾਇਦ ਉਹ ਗੈਪ ਵੱਧਦਾ ਜਾ ਰਿਹਾ, ਔਰ ਉਸ ਸਪੇਸ ਨੂੰ ਗੈਜਟਸ ਨੇ ਲੈ ਲਿਆ, ਔਰ ਕਈ ਵਾਰੀ ਅਸੀਂ ਕੋਲ ਬੈਠੇ ਵੀ ਮੋਬਾਈਲ ਦੇ ਇਸਤੇਮਾਲ ਦੇ ਵਿੱਚ ਲੱਗੇ ਹੁੰਦੇ। ਮੈਡਮ, ਇੱਕ ਚੀਜ਼ ਜਿਹੜੀ ਅੱਜ ਵੀ ਇੱਕ ਅਣਸੁਖਾਵੀ ਘਟਨਾ ਜਲੰਧਰ ਦੀ ਇੱਕ ਨਿੱਜੀ ਯੂਨੀਵਰਸਿਟੀ ਵਿੱਚ ਵਰਤੀ ਕਿ ਇੱਕ ਵਿਦਿਆਰਥੀ ਨੇ ਸੁਸਾਈਡ ਕਰ ਲਿਆ, ਔਰ ਕਿਤੇ ਨਾ ਕਿਤੇ ਉਹ ਸੁਸਾਈਡ ਨੋਟ ਦੇ ਵਿੱਚ ਕਿਸੇ ਅਧਿਆਪਕ ਦੇ ਉੱਤੇ ਕਿਸੇ ਚੀਜ਼ ਨੂੰ ਲੈ ਕੇ ਇਨਸਲਟ ਜਾਂ ਕੁਛ ਇਹੋ ਜਿਹੀਆਂ ਫੀਲਿੰਗਸ ਜਿਹੜੀ ਬੱਚਿਆਂ ਦੇ ਵਿੱਚ ਜਿਹੜੀ ਉਹ ਸੈਂਸਿਟੀਵਿਟੀ ਜਾਂ ਬੱਚਿਆਂ ਬਹੁਤ ਜ਼ਿਆਦਾ ਤਣਾਅ ਜਾਂ ਇਨਸਿਕਿਉਰਿਟੀ ਜਿਹੜੀ ਆ, ਇਸ ਚੀਜ਼ ਨੂੰ ਕਿੱਦਾਂ ਡੀਲ ਕੀਤਾ ਜਾ ਸਕਦਾ? ਹੁਣ ਟੀਚਰ ਸਟੂਡੈਂਟ ਦੇ ਰਿਸ਼ਤੇ ਨੂੰ ਕਿੱਦਾਂ ਅਸੀਂ ਮਜ਼ਬੂਤ ਕਰ ਸਕਦੇ? ਦੇਖੋ, ਜਿਹੜੀ ਨਵੀਂ ਜਨਰੇਸ਼ਨ ਹੈ ਨਾ, ਇੰਪੇਸ਼ੈਂਟ ਤਾਂ ਹੈ ਹੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਬਹੁਤ ਜਲਦੀ ਜਿਹੜੇ ਹੈ ਬੱਚੇ ਕਾਹਲੇ ਪੈ ਜਾਂਦੇ ਆ। ਔਰ ਮੈਨੂੰ ਅਜੇ ਤੱਕ ਵੀ ਯਾਦ ਹੈ ਸੰਜੀਵ, ਜਦੋਂ ਅਸੀਂ ਛੋਟੇ ਸੀ ਸਾਡੇ ਪੇਰੈਂਟਸ ਹਮੇਸ਼ਾ ਟੀਚਰਸ ਨੂੰ ਇਹ ਕਹਿ ਕੇ ਆਉਂਦੇ ਸੀ ਕਿ ਇਹਨਾਂ ਨੂੰ ਥੋੜ੍ਹਾ ਜਿਹਾ ਖਿੱਚ ਕੇ ਰੱਖਣਾ ਹੈ। ਹਮੇਸ਼ਾ ਹੀ ਕਿਹਾ ਜਾਂਦਾ ਸੀਗਾ ਕਿ ਇਹਨਾਂ ਬੱਚਿਆਂ ਦਾ ਲਿਹਾਜ਼ ਨਹੀਂ ਕਰਨਾ ਕਿਤੇ ਵੀ। ਪਰ ਅੱਜ ਕੱਲ੍ਹ ਬੱਚੇ, ਮੈਨੂੰ ਲੱਗਦਾ ਹੁੰਦਾ ਕਿ ਟੀਚਰ, ਮਾਂ-ਬਾਪ ਤੋਂ ਬਾਅਦ ਟੀਚਰ ਹੀ ਤੁਹਾਡਾ ਸਭ ਤੋਂ ਵੱਡਾ ਵੈਲ ਵਿਸ਼ਰ ਹੈ। ਔਰ ਤੁਹਾਡੀਆਂ ਪ੍ਰਾਪਤੀਆਂ 'ਤੇ ਜਿੱਦਾਂ ਟੀਚਰ ਖੁਸ਼ ਹੁੰਦਾ ਨਾ, ਕੋਈ ਹੋਰ ਹੋ ਹੀ ਨਹੀਂ ਸਕਦਾ। ਇਸ ਕਰਕੇ ਬੱਚਿਆਂ ਨੂੰ ਚਾਹੀਦਾ ਕਿ ਆਪਣੇ ਟੀਚਰਸ 'ਤੇ ਜਿਹੜਾ ਵਿਸ਼ਵਾਸ ਕਰਨ। ਟੀਚਰ ਕਦੀ ਵੀ ਤੁਹਾਡਾ ਬੁਰਾ ਨਹੀਂ ਸੋਚ ਸਕਦਾ, ਔਰ ਇੰਨੀ ਜਲਦੀ ਜਿਹੜਾ ਹੈ ਇੱਦਾਂ ਦੇ ਫੈਸਲੇ ਮਰਨ ਮਰਾਉਣ ਵਾਲੇ ਨਹੀਂ ਕਰਨੇ ਚਾਹੀਦੇ। ਅੱਜ ਕੱਲ੍ਹ ਦੌਰ ਹੈ ਕਿ ਪੜ੍ਹਾਈ ਕਰ ਲਈ ਸਕੂਲ ਦੀ ਔਰ ਵਿਦੇਸ਼ ਚਲੇ ਗਏ। ਅੱਜ ਕੈਨੇਡਾ ਵਰਗੀ ਧਰਤੀ ਦੇ ਉੱਤੇ ਮਿੰਨੀ ਪੰਜਾਬ ਵੱਸ ਗਿਆ, ਉੱਥੇ ਵਿਦਿਆਰਥੀਆਂ ਦੀ ਹੋੜ ਮਚੀ ਹੋਈ ਹੈ ਸਾਰੇ, ਔਰ ਉੱਥੇ ਵੀ ਅਸੀਂ ਦੇਖਦੇ ਹਾਂ ਕਿ ਪਿੱਛੇ ਜੇ ਇੱਕ ਇਹੋ ਜਿਹਾ ਅਣਸੁਖਾਵੀ ਘਟਨਾ ਕਹਿ ਸਕਦੇ ਹਾਂ ਕਿ ਵਿਦਿਆਰਥੀਆਂ ਨੇ ਲੜਾਈ ਝਗੜਾ ਜਾਂ ਇਹੋ ਜਿਹੇ ਇੰਸੀਡੈਂਟ ਦੇਖਣ, ਡਿਪੋਰਟ ਤੱਕ ਕੀਤੇ। ਪੇਰੈਂਟਸ ਕਿਸ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਦੇ ਆ, ਔਰ ਉਸ ਤੋਂ ਬਾਅਦ ਜਦੋਂ ਇਹੋ ਜਿਹੀ ਘਟਨਾ ਘਟਦੀ ਹੈ ਤਾਂ ਫਿਰ ਤੁਸੀਂ ਇਸ ਚੀਜ਼ ਨੂੰ ਕਿੱਦਾਂ ਆਪਣੇ? ਦੇਖੋ, ਪਹਿਲਾਂ ਤਾਂ ਵਿਦੇਸ਼ਾਂ ਦੀ ਜਿਹੜੀ ਦੌੜ ਹੈ, ਜਿਹੜੀ ਹੋੜ ਲੱਗੀ ਹੋਈ ਹੈ, ਉਹਦਾ ਸਾਰੇ ਦਾ ਸਾਰਾ ਜਿਹੜਾ ਮੈਂ ਕਹਾਂਗੀ ਕਿ ਸਰਕਾਰਾਂ ਦੀ ਨਲਾਇਕੀ ਹੈ। ਸਾਡੇ ਦੇਸ਼ ਦੇ ਵਿੱਚ ਜੇ ਇਸ ਤਰ੍ਹਾਂ ਦੇ ਹਾਲਾਤ ਹੋਣ ਕਿ ਪੜ੍ਹਨ ਲਿਖਣ ਤੋਂ ਬਾਅਦ ਰੁਜ਼ਗਾਰ ਮਿਲਦਾ ਹੋਵੇ, ਬੱਚੇ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕਦੇ ਹੋਣ, ਤਾਂ ਕਦੀ ਵੀ ਮਾਵਾਂ ਨੂੰ ਔਰ ਬੱਚਿਆਂ ਨੂੰ ਇਹ ਦੇਸ਼ ਛੱਡ ਕੇ ਜਾਣਾ ਚੰਗਾ ਨਹੀਂ ਲੱਗਦਾ। ਪੜ੍ਹਨ ਦੇ ਲਈ ਵੀ ਸਾਡੇ ਕੋਲ ਨਾ ਤਾਂ ਉਸ ਤਰ੍ਹਾਂ ਦਾ ਇਨਫਰਾਸਟਰਕਚਰ ਹੈ, ਨਾ ਇੰਨੇ ਮੈਡੀਕਲ ਕਾਲਜ, ਹੋਰ ਬਹੁਤ ਸਾਰੀਆਂ ਯੂਨੀਵਰਸਿਟੀਜ਼ ਜਿਸ ਤਰ੍ਹਾਂ ਦੀਆਂ ਚਾਹੀਦੀਆਂ ਆਪਣੇ ਦੇਸ਼ 'ਚੋਂ ਨਹੀਂ ਹੈਗੀਆਂ, ਜਿਸ ਕਰਕੇ ਬੱਚੇ ਵਿਦੇਸ਼ਾਂ ਦੀ ਦੌੜ 'ਚ ਸ਼ਾਮਲ ਹੈ। ਔਰ ਦੂਸਰਾ, ਜਿਹੜਾ ਪਿਛਲੇ ਕੁਝ ਸਮੇਂ ਤੋਂ, ਕੁਝ ਇੱਕ ਮਹੀਨਿਆਂ ਤੋਂ ਮੈਂ ਦੇਖ ਰਹੀ ਹਾਂ ਕਿ ਬੱਚੇ ਜਿਹੜੇ ਹੈ ਉੱਥੇ ਜਿਸ ਤਰ੍ਹਾਂ ਦੇ ਕਾਰਨਾਮੇ ਹੀ ਮੈਂ ਕਹਾਂਗੀ ਕਰ ਰਹੇ ਆ, ਉਹਦੇ ਨਾਲ ਸਾਡਾ ਸਾਰੇ ਪੰਜਾਬੀਆਂ ਦਾ ਸਿਰ ਜਿਹੜਾ ਹੈ ਉਹ ਝੁਕ ਰਿਹਾ ਆ ਕਿ ਜਿਹੜੀ ਸਾਡੀ ਇੱਜ਼ਤ, ਸਾਡਾ ਮਾਣ, ਸਾਡਾ ਸਤਿਕਾਰ ਜਿਹੜਾ ਹੈ ਉਹ ਸਾਰਾ ਦਾਅ 'ਤੇ ਲਾ ਕੇ ਸਟੂਡੈਂਟਸ ਜਿਹੜੇ ਆ ਉੱਥੇ ਇਸ ਤਰ੍ਹਾਂ ਦੇ ਕਰਮ ਕਮਾ ਰਹੇ। ਬਹੁਤ ਗਲਤ ਹੈ। ਔਰ ਮਾਂ-ਬਾਪ ਵਿਚਾਰੇ ਜਿਹੜੇ ਬਹੁਤ ਮਿਹਨਤ ਕਰਕੇ, ਕਿਸਾਨਾਂ ਦੇ ਪੁੱਤ ਹੈ, ਮਜ਼ਦੂਰਾਂ ਦੇ ਪੁੱਤ ਹੈ। ਹੁਣੇ ਤੁਸੀਂ ਦੇਖਿਆ ਮੇਰਾ ਮਾਲੀ ਜਿਹੜਾ ਇੱਥੇ ਕੰਮ ਕਰਦਾ, ਇਹਦਾ ਬੱਚਾ ਕੈਨੇਡਾ ਗਿਆ ਆ। ਕਿੰਨੀ ਮਿਹਨਤ ਦੇ ਨਾਲ ਇਹਨਾਂ ਨੇ ਆਪਣੇ ਬੱਚਿਆਂ ਨੂੰ ਬਾਹਰ ਭੇਜਿਆ, ਵਿਦੇਸ਼ਾਂ 'ਚ ਭੇਜਿਆ, ਪਰ ਬੱਚੇ ਜਿਹੜੇ ਹੈ ਉਹਨਾਂ ਨੂੰ ਮਾਂ-ਬਾਪ ਦਾ ਜਿਹੜਾ ਖੂਨ ਪਸੀਨੇ ਦੀ ਕਮਾਈ ਹੈ ਉਹਦੀ ਕੋਈ ਕਦਰ ਨਹੀਂ ਹੈ।
ਔਰ ਥੋੜਾ ਜਿਹਾ ਮੈਂ ਵੀ ਕਵਾਂਗੀ ਕਿ ਕੁਛ ਇੱਕ ਖਾਂਦੇ ਪੀਂਦੇ ਘਰਾਂ ਦੇ ਕਾਕੇ ਜਿਹੜੇ ਉੱਥੇ ਗਏ ਆ, ਜ਼ਿਆਦਾ ਮਾਹੌਲ ਉਹ ਖਰਾਬ ਕਰ ਰਹੇ ਆ। ਜੀ। ਕਿਉਂਕਿ ਇੱਕ ਗਰੀਬ ਦਾ ਬੱਚਾ ਜਿਹੜਾ, ਉਹਨੂੰ ਪਤਾ ਹੈ ਕਿ ਮੇਰੇ ਮਾਂ-ਬਾਪ ਨੇ ਮੈਨੂੰ ਕਿੰਨੀਆਂ ਔਕੜਾਂ ਝੱਲ ਕੇ ਭੇਜਿਆ ਆ, ਉਹ ਕਦੀ ਵੀ ਇਦਾਂ ਦਾ ਗੁਨਾਹ ਨਹੀਂ ਕਰ ਸਕਦਾ ਜਿਸ ਤਰ੍ਹਾਂ ਦੇ ਕੀਤੇ ਜਾ ਰਹੇ ਆ। ਜੀ। ਔਰ ਇਹਨਾਂ ਬੱਚਿਆਂ ਨੂੰ ਵੀ ਮੇਰੀ ਇਹੀ ਦਰਖਾਸਤ ਹੈ ਕਿ ਬੱਚਿਓ, ਜਿੱਥੇ ਵੀ ਜਾ ਰਹੇ ਹੋ, ਉੱਚ ਵਿੱਦਿਆ ਹਾਸਲ ਕਰਨ ਜਾ ਰਹੇ ਹੋ, ਆਪਣੀ ਜ਼ਿੰਦਗੀ 'ਚ ਕੁਝ ਪ੍ਰਾਪਤ ਕਰਨ ਜਾ ਰਹੇ ਹੋ, ਮਿਹਨਤ ਕਰੋ ਔਰ ਮਾਂ-ਬਾਪ ਦੇ ਨਾਲ ਦੇਸ਼ ਦਾ, ਕੌਮ ਦਾ ਨਾਂ ਵੀ ਉੱਚਾ ਕਰੋ, ਨਾ ਕਿ ਬਦਨਾਮੀ ਦਾ ਕਾਰਨ ਬਣੋ। ਸੋ ਕਿਤੇ ਨਾ ਕਿਤੇ ਆਪਣੇ ਸੂਬੇ ਦਾ ਨਾਮ ਜਿਹੜਾ ਹੈ ਉਹਨੂੰ ਡੈਂਟ ਲੱਗਦਾ ਜਦੋਂ ਪਤਾ ਲੱਗਦਾ ਕਿ ਪੰਜਾਬ ਦੇ ਮੁੰਡਿਆਂ ਨੇ ਉੱਥੇ ਹੁੱਲੜਬਾਜ਼ੀ ਕੀਤੀ ਔਰ ਕਿਸ ਤਰੀਕੇ ਨਾਲ ਡਿਪੋਰਟ ਹੁੰਦੇ ਆ ਜਦੋਂ ਬੱਚੇ ਤੇ ਪੇਰੈਂਟਸ ਉੱਤੇ ਕੀ ਗੁਜ਼ਰਦੀ ਹੈ। ਸੋ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਮੈਡਮ। ਜਿਹੜੀ ਔਰ ਚੀਜ਼ ਮਾਂ-ਬਾਪ ਦਾ ਵੀ ਮੈਂ ਦੇਖਿਆ ਸੰਜੀਵ, ਅੱਜ ਕੱਲ੍ਹ ਨਾ ਥੋੜਾ ਜਿਹਾ ਕਿ ਬੱਚਿਆਂ ਨੂੰ ਮਹਿੰਗੇ ਫੋਨ ਲੈ ਕੇ ਦੇਣੇ ਔਰ ਉਹਨਾਂ ਦੀ ਹਰ ਗੱਲ ਮੰਨਣੀ, ਥੋੜਾ ਜਿਹਾ ਮੈਨੂੰ ਲੱਗਦਾ ਹੁੰਦਾ ਕਿ ਬੇਸ਼ੱਕ ਤੁਹਾਡੀ ਹੈਸੀਅਤ ਹੈ ਵੀ, ਤਾਂ ਵੀ ਆਪਣੇ ਬੱਚਿਆਂ ਨੂੰ ਇਹ ਅਹਿਸਾਸ ਜ਼ਰੂਰ ਕਰਾਓ ਕਿ ਪੈਸਾ ਕਮਾਉਣਾ ਕਿੰਨਾ ਕੁ ਮੁਸ਼ਕਲ ਹੈ। ਜੀ ਮੈਡਮ, ਇਹ ਜਿਸ ਤਰ੍ਹਾਂ ਦਾ ਹੁਣ ਇਹ ਐਪੀਸੋਡ ਵਾਪਰਿਆ, ਓਵਰਆਲ ਪੇਰੈਂਟਸ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਇੱਕ ਪੈਨਿਕ ਦੀ ਸਿਚੁਏਸ਼ਨ, ਇਨਸਿਕਿਉਰਿਟੀ ਜਿਹੜੀ ਹੈ, ਕਿਉਂਕਿ ਹੋਸਟਲ ਲਾਈਫ ਔਰ ਕਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਜਿਹੜੀਆਂ ਚੀਜ਼ਾਂ ਵਾਪਰ ਰਹੀਆਂ, ਪੇਰੈਂਟਸ ਨੂੰ ਤੁਸੀਂ ਕੀ ਐਡਵਾਈਸ ਕਰ ਸਕਦੇ ਹੋ, ਕਿਸ ਤਰੀਕੇ ਦੇ ਨਾਲ ਇਸ ਮਾਹੌਲ ਨੂੰ ਅਸੀਂ ਦੁਬਾਰਾ ਜਿਹੜਾ ਪਟਰੀ ਦੇ ਉੱਤੇ ਲਾਈਫ ਜਿਹੜੀ ਆ ਉਹ ਲਿਆ ਸਕਦੇ? ਦੇਖੋ, ਪੇਰੈਂਟਸ ਨੂੰ ਤਾਂ ਇਹ ਘਬਰਾਉਣ ਦੀ ਹੁਣ ਇਸ ਵੇਲੇ ਲੋੜ ਨਹੀਂ ਹੈ ਕਿ ਜਿਹੜਾ ਇਸ ਤਰ੍ਹਾਂ ਦਾ ਕਾਂਡ ਜਿੱਥੇ ਵੀ ਹੋਇਆ ਆ, ਇਹ ਸਿੱਖ ਮੈਂਟੈਲਿਟੀ ਹੈ, ਬਿਮਾਰ ਮਾਨਸਿਕਤਾ ਹੁੰਦੀ ਹੈ ਕੁਝ ਲੋਕਾਂ ਦੀ ਜਿਹੜੇ ਇਸ ਤਰ੍ਹਾਂ ਦੇ ਕਾਂਡ ਕਰਦੇ ਆ। ਹਰ ਜਗ੍ਹਾ ਇਦਾਂ ਨਹੀਂ ਹੁੰਦਾ ਔਰ ਪੇਰੈਂਟਸ ਨੂੰ ਘਬਰਾਉਣ ਦੀ ਇਸ ਵੇਲੇ ਬਿਲਕੁਲ ਲੋੜ ਨਹੀਂ। ਕਿਤੇ ਵੀ ਕੁਝ ਵੀ ਹੋ ਸਕਦਾ ਹੁੰਦਾ ਆ, ਹੈ ਨਾ, ਪਰ ਸਾਨੂੰ ਅਗਾਂਹ ਤੋਂ ਇਦਾਂ ਦੀਆਂ ਘਟਨਾਵਾਂ, ਦੁਰਘਟਨਾਵਾਂ ਮੈਂ ਕਹਾਂਗੀ, ਰੋਕਣ ਦੇ ਲਈ ਬਹੁਤ ਜ਼ਰੂਰੀ ਹੈ ਕਿ ਕਦਮ ਚੁੱਕੇ ਜਾਣ। ਕਾਉਂਸਲਿੰਗ ਬਹੁਤ ਜ਼ਰੂਰੀ ਹੈ। ਹੋਸਟਲਸ ਦੇ ਵਿੱਚ ਵੀ, ਕਾਲਜਸ ਦੇ ਵਿੱਚ ਵੀ, ਸਕੂਲਸ ਦੇ ਵਿੱਚ ਵੀ ਬੱਚਿਆਂ ਦੀ ਕਾਉਂਸਲਿੰਗ ਕੀਤੀ ਜਾਵੇ। ਇੱਕ ਜਿਹੜਾ ਨਾ ਸੰਜੀਵ, ਕਈ ਵਾਰੀ ਮੈਨੂੰ ਲੱਗਦਾ ਕਿ ਜਿਹੜਾ ਸਰਮਾਏ ਦਾ ਯੁੱਗ ਹੈ ਨਾ, ਇਹ ਜਿਹੜਾ ਪਦਾਰਥਵਾਦੀ ਯੁੱਗ ਹੈ, ਉਹਦੇ ਕਰਕੇ ਵੀ ਇਹ ਸਾਰਾ ਕੁਝ, ਕਿ ਬਹੁਤ ਸਾਰੇ ਲੋਕ ਨਾ ਪੈਸੇ ਦੇ ਪੁੱਤ ਬਣੇ ਹੋਏ ਆ, ਪੈਸਾ ਕਮਾਉਣ ਦੀ ਦੌੜ 'ਚ ਲੱਗੇ ਹੋਏ ਆ ਔਰ ਇੱਜ਼ਤ ਜ਼ਿਆਦਾ ਵੱਡੀ ਚੀਜ਼ ਹੈ ਪੈਸੇ ਨਾਲੋਂ। ਪੈਸਾ ਤਾਂ ਹੱਥਾਂ ਦੀ ਮੈਲ ਹੈ, ਇਹ ਤਾਂ ਬਣਦਾ ਰਹਿੰਦਾ ਹੈ ਔਰ ਅੰਨੀ ਦੌੜ 'ਚ ਨਹੀਂ ਸਾਨੂੰ ਪੈਸੇ ਦੀ 'ਚ ਪੈਣਾ ਚਾਹੀਦਾ ਕਿ ਗਲਤ ਕੰਮ ਕਰਕੇ ਪੈਸਾ ਨਹੀਂ ਅਸੀਂ ਕਮਾਉਣਾ। ਕਿਸੇ ਦੀ ਧੀ ਭੈਣ ਦੀ ਇੱਜ਼ਤ ਨੂੰ ਦਾਅ ਤੇ ਲਾ ਕੇ ਨਹੀਂ ਅਸੀਂ ਪੈਸਾ ਕਮਾਉਣਾ, ਅਸੀਂ ਮਿਹਨਤ ਕਰਕੇ ਪੈਸਾ ਕਮਾਉਣਾ ਆ। ਔਰ ਮਾਪਿਆਂ ਨੂੰ ਇਹੀ ਦਰਖਾਸਤ ਹੈ ਕਿ ਘਬਰਾਓ ਨਾ, ਬਿਲਕੁਲ ਵੀ ਅਸੀਂ ਸਾਰੀ ਦੀ ਪੂਰੀ ਸੁਸਾਇਟੀ ਤੁਹਾਡੇ ਨਾਲ ਹੈ ਇਸ ਵੇਲੇ। ਇੱਕ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਹਰ ਹੱਥ ਵਿੱਚ ਇੱਕ ਮੋਬਾਈਲ ਆ ਔਰ ਕਿਤੇ ਨਾ ਕਿਤੇ ਉਹ ਵੀਡੀਓ ਅਪਲੋਡ ਕਰ ਰਿਹਾ ਔਰ ਲਾਈਕਸ ਦਾ, ਵਿਊਜ਼ ਦੀ ਇੱਕ ਦੌੜ ਲੱਗੀ ਹੋਈ ਹੈ ਕਿ ਮੈਨੂੰ ਕਿੰਨੇ ਲਾਈਕ ਮਿਲ ਗਏ ਔਰ ਕਈ ਵਾਰੀ ਉਹ ਲਾਈਕ ਲੈਣ ਵਾਸਤੇ ਅਸੀਂ ਕਿਸੇ ਗਲਤ ਐਂਗਲ ਦੇ ਉੱਤੇ ਚਲੇ ਜਾਂਦੇ। ਸੋ ਇਹ ਜਿਹੜੀ ਚੀਜ਼ ਹੈ, ਇਸ ਤੋਂ ਕਿੱਦਾਂ ਬਚਿਆ ਜਾਏ? ਸੋ ਇਹਦੇ ਬਾਰੇ ਇਹ ਨਾ ਪ੍ਰੈਸ਼ਰ ਹੈ ਇਸ ਵੇਲੇ। ਮੈਂ ਕਹਾਂਗੀ ਕਿ ਇਹ ਜਿਹੜੇ ਖਾਸ ਤੌਰ ਤੇ ਨਾ 16-17 ਸਾਲ ਦੇ ਬੱਚਿਆਂ ਤੋਂ ਲੈ ਕੇ ਜਵਾਨ ਮੁੰਡਿਆਂ ਤੱਕ ਇੱਕ ਤਰ੍ਹਾਂ ਦਾ ਪ੍ਰੈਸ਼ਰ, ਫੇਸਬੁੱਕ ਤੇ ਲਾਈਕਸ ਕਿੰਨੇ ਆ, ਜੇ ਮੇਰੇ ਦੋਸਤ ਦੀ ਫੋਟੋਗ੍ਰਾਫ ਹੈ ਤੇ ਮੇਰੀ ਉਹਦੇ ਤੋਂ ਸੋਹਣੀ ਹੋਣੀ ਚਾਹੀਦੀ ਹੈ ਔਰ ਹਰ ਗੱਲ, ਕਿਤੇ ਵੀ ਤੁਸੀਂ ਜਾ ਰਹੇ ਆ ਉਹਨੂੰ ਸਾਰੇ ਨੂੰ ਕਰਨਾ, ਅਪਡੇਟ ਕਰਨਾ ਔਰ ਸਾਰਾ ਕੁਝ ਫੇਸਬੁੱਕ ਤੇ ਪਾਉਣਾ। ਇਹ ਬਿਲਕੁਲ ਬੇਲੋੜਾ ਪ੍ਰੈਸ਼ਰ ਹੈ ਜਿਹੜਾ ਨੌਜਵਾਨ ਪੀੜ੍ਹੀ ਨੂੰ ਨਹੀਂ ਲੈਣਾ ਚਾਹੀਦਾ, ਕਿਉਂਕਿ ਇਸ ਦੌੜ ਦਾ ਤਾਂ ਕਿਤੇ ਅੰਤ ਹੀ ਨਹੀਂ ਹੈ। ਜੀ, ਇੱਕ ਚੀਜ਼ ਜਿਹੜੀ ਮੈਂ ਐਜੂਕੇਸ਼ਨ ਦੀ ਅਗਰ ਗੱਲ ਕਰੀਏ ਤਾਂ ਓਵਰਆਲ, ਚੂੰਕਿ ਤੁਸੀਂ ਬੀਇੰਗ ਹੈਡ ਆਫ ਦਾ ਇੰਸਟੀਚਿਊਟ ਦੇਖਦੇ ਹੋ, ਐਜੂਕੇਸ਼ਨ ਵੀ ਅੱਜ ਬਦਲਾਅ ਦੇ ਦੌਰ 'ਚੋਂ ਨਿਕਲ ਰਹੀ ਹੈ ਔਰ ਕਿਤੇ ਨਾ ਕਿਤੇ ਇੱਦਾਂ ਲੱਗਦਾ ਕਿ ਐਜੂਕੇਸ਼ਨ ਇੱਕ ਕਮੋਡਿਟੀ ਬਣ ਗਈ ਔਰ ਆਪਣੀਆਂ ਦੁਕਾਨਾਂ ਸਜਾ ਲਈਆਂ ਹੋਈਆਂ। ਸੋ ਇਹ ਜਿਹੜੀ ਚੀਜ਼ ਨੂੰ ਤੁਸੀਂ ਕਿੱਦਾਂ ਅਸੈਸ ਕਰਦੇ ਹੋ? ਕਿਉਂਕਿ ਹਰ ਇੱਕ ਕਾਲਜ, ਸਕੂਲ ਦੇ ਬਾਹਰ ਉਹਨੇ ਆਪਣੀ ਡਿਸਪਲੇ, ਆਪਣੀ ਪਬਲਿਸਿਟੀ ਜਿਹੜੀ ਸ਼ੁਰੂ ਕੀਤੀ ਔਰ ਵੈਲਿਊਜ਼ ਜਿਹੜੀਆਂ ਕਿਤੇ ਨਾ ਕਿਤੇ ਪਿੱਛੇ ਛੁੱਟਦੀਆਂ ਜਾ ਰਹੀਆਂ। ਸੋ ਦੇਖੋ, ਇਹ ਬੜੇ ਚੀਜ਼ ਖਤਰਨਾਕ ਦੌਰ 'ਚੋਂ ਅਸੀਂ ਲੰਘ ਰਹੇ ਹਾਂ ਔਰ ਮੈਂ ਹਮੇਸ਼ਾ ਹੀ ਸੰਜੀਵ ਜੀ ਇਹ ਗੱਲ ਕਹਿੰਦੀ ਆ ਕਿ ਜਿਹੜੀਆਂ ਥਾਂ ਤੇ ਪੜ੍ਹਾਈ ਦੀਆਂ ਦੁਕਾਨਾਂ ਖੁੱਲ੍ਹ ਰਹੀਆਂ ਨਾ ਔਰ ਡਿਗਰੀਜ਼ ਵੇਚਣ ਦੀ, ਜਿਹੜੇ ਧਨ ਕੁਬੇਰ ਹੈ ਨਾ ਸਾਡੇ ਸਮਾਜ ਦੇ ਵਿੱਚ, ਪੈਸੇ ਵਾਲੇ ਲੋਕ ਜਿਹੜੇ ਬੈਠੇ ਆ, ਉਹਨਾਂ ਨੂੰ ਸਰਕਾਰਾਂ ਖੁੱਲ੍ਹੀ ਛੁੱਟੀ ਦੇ ਰਹੀਆਂ ਕਿ ਡਿਗਰੀਜ਼ ਵੇਚੋ, ਲੋਕਾਂ ਨੂੰ ਲੁੱਟੋ ਔਰ ਜਿਸ ਵੇਲੇ ਇਹਨਾਂ ਦੁਕਾਨਾਂ ਤੋਂ ਡਿਗਰੀ ਖਰੀਦ ਕੇ ਬੱਚੇ ਬੇਰੁਜ਼ਗਾਰਾਂ ਦੀ ਲੰਬੀ ਲਾਈਨ 'ਚ ਲੱਗਦੇ ਆ, ਉਸ ਵੇਲੇ ਆਪਣੇ ਆਪ ਨੂੰ ਲੁੱਟਿਆ ਮਹਿਸੂਸ ਕਰਦੇ ਆ। ਇਹ ਨੱਥ ਪਾਉਣ ਦੀ ਲੋੜ ਹੈ। ਇਸ ਤਰ੍ਹਾਂ ਦੀਆਂ ਜਿਹੜੀਆਂ ਜਾਲੀ ਯੂਨੀਵਰਸਿਟੀਜ਼ ਜਿਹੜੀਆਂ ਖੁੱਲ੍ਹ ਰਹੀਆਂ ਆ ਔਰ ਜਿਹੜੀਆਂ ਪੜ੍ਹਾਈ ਦੀਆਂ ਦੁਕਾਨਾਂ ਹੀ ਮੈਂ ਇਹਨਾਂ ਨੂੰ ਕਹਿੰਦੀ ਆ ਜਿਹੜੀਆਂ ਡਿਗਰੀਜ਼ ਵੇਚ ਰਹੀਆਂ ਆ, ਇਹਦੇ 'ਤੇ ਨੱਥ ਪਾਉਣੀ ਸਰਕਾਰ ਦਾ ਕੰਮ ਹੈ ਔਰ ਪਾਉਣੀ ਵੀ ਚਾਹੀਦੀ ਹੈ। ਔਰ ਮੈਨੂੰ ਇਹ ਦੱਸਦਿਆਂ ਵੀ ਮਾਣ ਮਹਿਸੂਸ ਹੋ ਰਿਹਾ ਕਿ ਜਿਸ ਸੰਸਥਾ 'ਚ ਤੁਸੀਂ ਆਏ ਹੋ, ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ, ਇੱਥੇ ਲੋਐਸਟ ਫੀਸ ਸਟਰਕਚਰ ਦੇ ਨਾਲ ਬੱਚੀਆਂ ਨੂੰ ਪੜ੍ਹਾਇਆ ਜਾਂਦਾ ਹੈ ਔਰ ਇੰਨੀ ਦਿਆਨਤਦਾਰ ਹੈ ਸਾਡੀ ਗਵਰਨਿੰਗ ਕੌਂਸਲ। ਕਦੀ ਵੀ, ਜਦੋਂ ਵੀ ਕਦੀ ਗੱਲ ਕਰੀਏ,
ਹਮੇਸ਼ਾ ਇਹੀ ਹਦਾਇਤ ਹੁੰਦੀ ਹੈ ਕਿ ਗੇਟ ਤੋਂ ਪੜ੍ਹਨ ਦੀ ਇੱਛਾ ਲੈ ਕੇ ਆਈ ਕੋਈ ਵੀ ਬੱਚੀ ਫੰਡਸ ਦੀ ਕਮੀ ਕਰਕੇ ਵਾਪਸ ਨਹੀਂ ਜਾਣੀ ਚਾਹੀਦੀ। ਔਰ ਸੰਜੀਵ ਜੀ ਬਹੁਤ ਸਾਰੀਆਂ ਸੰਸਥਾਵਾਂ ਸਾਡੇ ਨਾਲ ਜੁੜੀਆਂ ਹੋਈਆਂ ਔਰ ਮੈਨੂੰ ਇਹ ਦੱਸਦਿਆਂ ਵੀ ਬਹੁਤ ਚੰਗਾ ਲੱਗ ਰਿਹਾ ਕਿ ਇੱਥੋਂ ਦਾ ਜਿਹੜਾ ਸਟਾਫ ਹੈ, ਮੇਰੀਆਂ ਬਾਹਾਂ ਜਿਹੜੀਆਂ ਨੇ ਉਹ ਆਪਣੀ ਤਨਖਾਹ ਦੇ ਵਿੱਚੋਂ ਦਸਵੰਧ ਕਰਕੇ ਲੋੜਵੰਦ ਬੱਚੀਆਂ ਦੀ ਮਦਦ ਕਰਦੀਆਂ ਆ। ਔਰ ਇੱਕ ਸੰਸਥਾ ਦਾ ਇਦਾਂ ਦਾ ਧਰਮ ਹੀ ਹੋਣਾ ਚਾਹੀਦਾ ਆ। ਔਰ ਅਸੀਂ ਜਿਨ੍ਹਾਂ ਬੱਚੀਆਂ ਦੀ ਮਦਦ ਕਰਦੇ ਹਾਂ ਉਹਨਾਂ ਨੂੰ ਇਹੀ ਕਹਿੰਦੇ ਆ, ਮੈਂ ਉਹਨਾਂ ਨੂੰ ਇਹੀ ਸਿਖਾਉਂਦੀ ਹਾਂ ਹਰ ਰੋਜ਼ ਕਿ ਬੇਟਾ ਆਪਣੇ ਲਈ ਜੀਣਾ ਜ਼ਿੰਦਗੀ ਨਹੀਂ ਹੈ। ਜ਼ਿੰਦਗੀ ਉਹੀ ਖੂਬਸੂਰਤ ਹੈ ਜਿਹੜੀ ਦੂਸਰਿਆਂ ਦੇ ਕੰਮ ਆਏ, ਲੋਕ ਭਲਾਈ ਨਾਲ ਸੰਬੰਧਿਤ ਹੋਵੇ। ਔਰ ਜਦੋਂ ਕਿਸੇ ਬੱਚੇ ਦੀ ਮਦਦ ਕਰਦੇ ਹਾਂ ਉਹਨੂੰ ਇਹੀ ਕਹਿੰਦੇ ਆ ਕਿ ਬੱਚੇ ਜਦੋਂ ਕਿਸੇ ਮੁਕਾਮ ਤੇ ਪਹੁੰਚ ਗਏ ਉਦੋਂ ਇਸ ਸੰਸਥਾ 'ਚ ਦੁਬਾਰਾ ਆਉਣਾ, ਮੈਂ ਨਹੀਂ ਹੋਵਾਂਗੀ, ਕੋਈ ਹੋਰ ਪ੍ਰਿੰਸੀਪਲ ਹੋਣਗੇ, ਆ ਕੇ ਇੱਦਾਂ ਹੀ ਕਿਸੇ ਬੱਚੇ ਦੀ ਮਦਦ ਕਰ ਦੇਣਾ। ਸੋ ਬੜਾ ਇੰਪੋਰਟੈਂਟ ਹੈ ਕਿ ਕਿਸੇ ਨਾ ਕਿਸੇ ਦੀ ਹੈਲਪਫੁਲ ਜਿਹੜਾ ਜ਼ਰੂਰ ਹੋਣਾ ਚਾਹੀਦਾ। ਔਰ ਇੰਸਟੀਚਿਊਟ ਜਿਹੜੀਆਂ ਸਿੱਖਿਆ ਦੀਆਂ ਸਾਡੇ ਜਿਹੜੇ ਸੰਸਥਾਨ ਹੈ ਉਹਨਾਂ ਦਾ ਰੋਲ ਜਿਹੜਾ ਹੈ ਬਹੁਤ ਹੀ ਸਕਾਰਾਤਮਕ ਔਰ ਉਹਦੇ ਵਿੱਚ ਵਿਦਿਆਰਥੀਆਂ ਦੀ ਜਿਹੜੀ ਨਵੀਂ ਰੂਪ ਰੇਖਾ ਜਿਹੜੀ ਉਹ ਤਿਆਰ ਹੋਣੀ ਚਾਹੀਦੀ ਤਾਂ ਕਿ ਉਹ ਸਮਾਜ ਵਿੱਚ ਬੈਸਟ ਕੰਟਰੀਬਿਊਟ ਕਰ ਸਕੇ। ਸਰਕਾਰਾਂ ਤੋਂ ਤੁਸੀਂ ਕੀ ਆਸ ਕਰਦੇ ਹੋ, ਕਿਉਂਕਿ ਇਹ ਸਰਕਾਰ ਬੜਾ ਵਿਉਂਤਬੰਦੀ ਦੀਆਂ ਕਸੀਦੇ ਕਰਦੀ ਹੈ ਕਿ ਅਸੀਂ ਐਮਪਲੋਇਮੈਂਟ ਜਿਹੜੀ ਜਨਰੇਟ ਕਰਨੀ ਹੈ, ਅਸੀਂ ਲੋਕਾਂ ਨੂੰ ਰੁਜ਼ਗਾਰ ਦੇਣਾ ਤਾਂ ਕਿ ਉਹ ਵਿਦੇਸ਼ ਦੀ ਧਰਤੀ ਦੇ ਉੱਤੇ ਨਾ ਜਾ ਸਕਣ। ਕੀ ਇਹ ਸੰਭਵ ਹੋ ਸਕੇਗਾ ਜਾਂ ਕਿਸ ਤਰੀਕੇ ਦੇ ਨਾਲ ਕੀ ਕਰਨ ਦੀ ਲੋੜ ਹੈ? ਦੇਖੋ ਸਰਕਾਰਾਂ ਤਾਂ ਨਿੱਜੀਕਰਨ ਵਾਲੇ ਪਾਸੇ ਤੁਰੀਆਂ ਹੋਈਆਂ ਔਰ ਸੰਜੀਵ ਜੀ ਜਿਸ ਵਿੱਦਿਆ ਦੇ ਕਦੀ ਕੌਮੀਕਰਨ ਦੀ ਗੱਲ ਹੁੰਦੀ ਸੀ ਅੱਜ ਉਹਦਾ ਪੂਰੀ ਤਰ੍ਹਾਂ ਨਾਲ ਵਪਾਰੀਕਰਨ ਕਰ ਦਿੱਤਾ ਗਿਆ ਹੈ। ਔਰ ਮੈਨੂੰ ਬੜੇ ਅਫਸੋਸ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਜਿਸ ਤਰ੍ਹਾਂ ਦੀ ਮਹਿੰਗੀ ਸਿੱਖਿਆ ਅੱਜ ਹੋਈ ਜਾ ਰਹੀ ਹੈ, ਇੱਕ ਗਰੀਬ ਮਜ਼ਦੂਰ ਦਾ ਬੱਚਾ, ਇੱਕ ਕਿਸਾਨ ਦਾ ਬੱਚਾ, ਇੱਕ ਮਿਹਨਤਕਸ਼ ਦਾ ਬੱਚਾ ਜਿਹੜਾ ਆ ਉਹ ਸਿੱਖਿਆ ਤੋਂ ਵਾਂਝਾ ਰਹੇਗਾ ਹੀ ਰਹੇਗਾ। ਜਿੰਨਾ ਚਿਰ ਸਰਕਾਰਾਂ ਦੀ ਨੀਅਤ ਸਾਫ਼ ਨਹੀਂ ਹੁੰਦੀ, ਜਿੰਨਾ ਚਿਰ ਉਹ ਆਮ ਬੰਦੇ ਦਾ ਨਹੀਂ ਸੋਚਦੇ, ਉਨੀ ਦੇਰ ਸਾਡੇ ਸਮਾਜ ਦਾ ਭਲਾ ਨਹੀਂ ਹੋ ਸਕਦਾ। ਔਰ ਸਰਕਾਰਾਂ ਨੂੰ ਚਾਹੀਦਾ ਆ ਕਿ ਉਹ ਹਰ ਬੱਚੇ ਦੇ ਲਈ ਜਿਹੜੀ ਸਿੱਖਿਆ ਹੈ ਉਹਨੂੰ ਮੁਹੱਈਆ ਕਰਵਾਉਣ ਔਰ ਹਰ ਬੱਚਾ ਜਿਹੜਾ ਉਹ ਉੱਚ ਸਿੱਖਿਆ ਹਾਸਲ ਕਰਨ ਦੇ ਕਾਬਿਲ ਹੋਵੇ। ਇੱਕ ਆਮ ਤੌਰ ਤੇ ਅਸੀਂ ਕਈ ਵਾਰੀ ਘਰ ਦੇ ਵਿੱਚ ਵੀ ਫੋਨ ਯੂਜ਼ ਕਰਦੇ, ਮੋਬਾਈਲ ਯੂਜ਼ ਕਰਦੇ ਹਾਂ ਔਰ ਕਈ ਵਾਰੀ ਅਨਵਾਂਟਡ ਵੀਡੀਓ ਸਾਡੇ ਸਾਹਮਣੇ ਆਉਣੇ ਸ਼ੁਰੂ ਹੁੰਦੇ ਔਰ ਕਈ ਵਾਰੀ ਆਪਣੇ ਆਪ ਨੂੰ ਬੰਦਾ ਸ਼ਰਮਸਾਰ ਮਹਿਸੂਸ ਕਰਦਾ ਉਸ ਵੇਲੇ ਦੇਖਦੇ ਹੋਏ। ਇਸ ਚੀਜ਼ ਨੂੰ ਡੀਲ ਕਰਨ ਵਾਸਤੇ ਕੀ ਸਾਈਬਰ ਸਾਡਾ ਜਿਹੜੀਆਂ ਸਰਕਾਰਾਂ ਦੇ ਵਿੰਗ ਹੈਗੇ ਕਿਸ ਤਰੀਕੇ ਨਾਲ ਇਹਨੂੰ ਨੱਥ ਪਾਈ ਜਾ ਸਕੇ ਤਾਂ ਕਿ ਅਸੀਂ ਨੌਜਵਾਨੀ ਨੂੰ ਬਚਾ ਸਕੀਏ? ਦੇਖੋ ਇਹ ਤਾਂ ਕੰਟਰੋਲ ਜਿਹੜਾ ਹੈ ਸਰਕਾਰਾਂ ਨੇ ਕਰਨਾ ਹੈ ਨਾ, ਉਹਨਾਂ ਨੇ ਦੇਖਣਾ ਹੈ ਕਿ ਕਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਔਰ ਕਿਸ ਤਰ੍ਹਾਂ ਦਾ ਲੋਕਾਂ ਨੂੰ ਕੀ ਪਰੋਸਿਆ ਜਾ ਰਿਹਾ। ਜੋ ਪਰੋਸਿਆ ਜਾਂਦਾ ਲੋਕ ਉਹਦੇ ਯੂਜ਼ ਟੂ ਹੋ ਜਾਂਦੇ ਆ, ਹੈ ਨਾ। ਹੁਣ ਜਦੋਂ ਤੁਹਾਡੇ ਸਾਹਮਣੇ ਆ ਜਾਂਦੀ ਹੈ ਕੋਈ ਵੀ ਇਸ ਤਰ੍ਹਾਂ ਦੀ ਵੀਡੀਓ ਜਿਹੜੀ ਸ਼ਰਮਨਾਕ ਕਰਨ ਵਾਲੀ ਆ ਔਰ ਕਈ ਵਾਰੀ ਹੁਣ ਜਿਹੜੇ ਅਸੀਂ ਲੋਕ ਤਾਂ ਮੈਚਿਓਰ ਹੈਗੇ, ਸਾਨੂੰ ਤਾਂ ਪਤਾ ਹੈ, ਅਸੀਂ ਤਾਂ ਉਹਨੂੰ ਪਿੱਛੇ ਕਰਕੇ ਅੱਗੇ ਤੁਰ ਪੈਂਦੇ ਹਾਂ। ਪਰ ਇੱਕ ਨੌਜਵਾਨ ਵਰਗ ਜਿਹੜਾ ਹੈ ਉਹ ਪਿੱਛੇ ਨਹੀਂ ਕਰ ਸਕਦਾ ਕਿਉਂਕਿ ਇਹ ਉਮਰ ਹੀ ਇੱਦਾਂ ਦੀ ਹੈ। ਇਹ ਬੜੀ ਸੈਂਸਿਟਿਵ ਜੀ ਉਮਰ ਔਰ ਇਸ ਉਮਰ ਦੇ ਵਿੱਚ ਜਿਹੜਾ ਬੜਾ ਅੰਦਰ ਚੱਲ ਰਹੀ ਹੁੰਦੀ ਹੈ ਇੱਕ ਹਲਚਲ ਜਿਹੀ ਕਿ ਕੀ ਚੱਲ ਰਿਹਾ ਸਮਾਜ ਦੇ ਵਿੱਚ। ਔਰ ਬੱਚਿਆਂ ਨੂੰ ਰੋਕਣ ਦੇ ਲਈ ਸਰਕਾਰਾਂ ਦੀ ਜਿਹੜੀ ਹੈ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਤਰ੍ਹਾਂ ਦਾ ਨਾ ਪਰੋਸਿਆ ਜਾਵੇ ਔਰ ਇੱਕ ਕੰਟਰੋਲ ਜਿਹੜਾ ਹੈ ਉਹ ਜ਼ਰੂਰ ਹੋਣਾ ਚਾਹੀਦਾ ਇੰਟਰਨੈਟ 'ਤੇ ਵੀ ਔਰ ਸੋਸ਼ਲ ਮੀਡੀਆ 'ਤੇ ਵੀ ਸਾਰਾ। ਸਰਕਾਰ ਜਿਹੜੀ ਹੈ, ਅਗਰ ਭਾਰਤ ਸਰਕਾਰ ਕਹੀਏ, ਦੇਸ਼ ਦੇ ਪ੍ਰਧਾਨ ਮੰਤਰੀ ਬਹੁਤ ਨਾਅਰਾ ਦਿੰਦੇ ਬੇਟੀ ਬਚਾਓ ਬੇਟੀ ਪੜ੍ਹਾਓ, ਲੇਕਿਨ ਮਾਹੌਲ ਜਿਹੜਾ ਉਹ ਕਿਤੇ ਨਾ ਕਿਤੇ ਜਦੋਂ ਅਸੀਂ ਅਖਬਾਰਾਂ ਦੀਆਂ ਸੁਰਖੀਆਂ ਦੇਖਦੇ ਹਾਂ ਤਾਂ ਉਹ ਸਾਨੂੰ ਸ਼ਾਇਦ ਉਨਾ ਸੁਖਾਵਾਂ ਨਹੀਂ ਲੱਗਦਾ। ਸੋ ਇਸ ਚੀਜ਼ ਵਾਸਤੇ ਕਿਹੜੇ ਕਦਮ ਜਿਹੜੇ ਤੁਸੀਂ ਸੋਚਦੇ ਆ ਕਿ ਹੋ ਸਕਦੇ ਤਾਂ ਕਿ ਅਸੀਂ ਬੈਸਟ ਐਜੂਕੇਸ਼ਨਲ ਮਾਹੌਲ ਦੇ ਸਕੀਏ ਔਰ ਲੜਕੀਆਂ ਆਪਣੇ ਪੈਰਾਂ 'ਤੇ ਖੜੀਆਂ ਹੋ ਸਕਣ? ਦੇਖੋ ਇਹਦੇ ਲਈ ਪਹਿਲੀ ਗੱਲ ਤਾਂ ਬੇਟੀ ਬਚਾਓ ਬੇਟੀ ਪੜ੍ਹਾਓ ਵਾਲਾ ਜਿਹੜਾ ਨਾਅਰਾ ਲੱਗ ਰਿਹਾ ਨਾ, ਉਹਦੇ ਨਾਲ ਇਸ ਨਾਅਰੇ ਨੂੰ ਥੋੜ੍ਹਾ ਜਿਹਾ ਹੋਰ ਅੱਗੇ ਵਧਾ ਲੈਣਾ ਚਾਹੀਦਾ ਕਿ ਪੁੱਤਰਾਂ ਨੂੰ ਵੀ ਸਮਝਾਓ। ਅੱਜ ਮੁੰਡਿਆਂ ਨੂੰ ਸਮਝਾਉਣ ਦੀ ਬਹੁਤ ਜ਼ਰੂਰਤ ਹੈ, ਉਹਨਾਂ ਨੂੰ ਦੱਸਣ ਦੀ ਲੋੜ ਹੈ ਕਿ ਅਸੀਂ ਸੱਭਿਅਕ ਸਮਾਜ 'ਚ ਰਹਿ ਰਹੇ ਹਾਂ ਔਰ ਸਾਡੇ ਸਮਾਜ ਪ੍ਰਤੀ ਕੋਈ ਜ਼ਿੰਮੇਵਾਰੀ ਹੈ ਔਰ ਇਹ ਕਿਸੇ ਦੀ ਭੈਣ ਜਿਹੜੀ ਹੈ ਉਹ ਤੁਹਾਡੀ ਵੀ ਉਨੀ ਭੈਣ ਹੈ ਜਿੰਨੀ ਤੁਹਾਡੀ ਆਪਣੀ ਭੈਣ ਹੈ। ਔਰ ਇਸ ਤਰ੍ਹਾਂ ਦਾ ਮਾਹੌਲ ਬਣਾਉਣ ਦੇ ਲਈ ਪੁੱਤਾਂ ਨੂੰ ਸਮਝਾਉਣ ਦੀ ਬਹੁਤ ਵੱਡੀ ਲੋੜ ਹੈ। ਔਰ ਇੱਕ ਗੱਲ ਹੋਰ ਮੈਂ ਜ਼ਰੂਰ ਸੰਜੀਵ ਜੀ ਕਹਾਂਗੀ ਇੱਥੇ ਕਿ ਅੱਜ ਬਜ਼ੁਰਗਾਂ ਨੂੰ ਅਪਣਾਉਣ ਦੀ ਬਹੁਤ ਵੱਡੀ ਲੋੜ ਹੈ। ਮੇਰਾ ਖਿਆਲ ਜੇ ਅਸੀਂ ਬਜ਼ੁਰਗਾਂ ਨੂੰ ਬਿਰਧ ਆਸ਼ਰਮਾਂ 'ਚ ਨਾ ਧੱਕਿਆ ਹੁੰਦਾ ਤੇ ਸ਼ਾਇਦ ਅੱਜ ਘਰਾਂ ਦੇ ਹਾਲਾਤ ਨਾ ਹੁੰਦੇ। ਨਾਨੀਆਂ ਦਾਦੀਆਂ ਸਾਨੂੰ ਨੈਤਿਕ ਸਿੱਖਿਆ ਦਿੰਦੀਆਂ ਸੀ, ਚਿੜੀ ਕਾਂ ਦੀ ਕਹਾਣੀ ਦੇ ਵਿੱਚ ਉਹ ਕਿੰਨਾ ਕੁਝ ਸਾਨੂੰ ਸਮਝਾ ਦਿੰਦੀਆਂ ਸੀ। ਸਾਡੇ ਬੱਚਿਆਂ ਨੂੰ ਨਿੱਕੇ ਹੁੰਦੇ ਉਹਨਾਂ ਦੇ ਦਿਮਾਗਾਂ 'ਚ ਗੱਲ ਬਹਿ ਜਾਂਦੀ ਸੀਗੀ। ਔਰ ਅੱਜ ਬਜ਼ੁਰਗਾਂ ਤੋਂ ਖਾਲੀ ਘਰ ਜਿਹੜੇ ਆ, ਮੈਨੂੰ ਲੱਗਦਾ ਉਹਦੇ ਕਰਕੇ ਵੀ ਸਮਾਜ ਜਿਹੜਾ ਇਹਦੇ ਲਈ ਬਹੁਤ ਵੱਡਾ ਸੰਕਟ ਖੜਾ ਹੋ ਰਿਹਾ। ਅੱਜ ਬਜ਼ੁਰਗਾਂ ਨੂੰ ਅਪਣਾਉਣ ਦੀ ਵੀ ਲੋੜ ਹੈ, ਘਰਾਂ ਦੇ ਵਿੱਚ ਉਹਨਾਂ ਨੂੰ ਆਪਣੇ ਮਨਾਂ 'ਚ ਥਾਂ ਦੇਣ ਦੀ ਲੋੜ ਹੈ ਕਿਉਂਕਿ ਉਹਨਾਂ ਨੇ ਜ਼ਿੰਦਗੀ ਭਰ ਸਾਡੇ ਲਈ ਤਿਨਕਾ ਜੋੜ ਕੇ ਆਲਣੇ ਬਣਾਏ ਆ ਔਰ ਅੱਜ ਅਸੀਂ ਉਹਨਾਂ ਨੂੰ ਬਿਰਧ ਘਰਾਂ 'ਚ ਧੱਕ ਦਿੱਤਾ।
ਔਰ ਅੱਜ ਲੋੜ ਹੈ ਕਿ ਆਪਾਂ ਆਪਣੇ ਬਜ਼ੁਰਗਾਂ ਨੂੰ ਅਪਣਾਈਏ ਤਾਂ ਕਿ ਉਹ ਸਾਡੇ ਬੱਚਿਆਂ ਨੂੰ ਨੈਤਿਕ ਸਿੱਖਿਆ ਘਰ ਤੋਂ ਹੀ ਦੇਣੀ ਸ਼ੁਰੂ ਕਰੇ, ਕਿਉਂਕਿ ਮਾਵਾਂ ਕੋਲ ਤਾਂ ਅੱਜ ਵਕਤ ਹੀ ਨਹੀਂ ਹੈ। ਇੱਕ ਦੌੜ ਪਈ ਹੋਈ ਹੈ ਸਾਡੇ ਕੋਲੇ, ਇੱਕ ਸਰਵਿਸ ਕਰਦੀਆਂ ਨੇ ਮਾਵਾਂ, ਪੈਸਾ ਕਮਾਉਣ ਦੀ ਦੌੜ ਦੇ ਨਾਲ ਨਾਲ ਕਿੱਟੀ ਪਾਰਟੀਜ਼ ਇੱਧਰ ਉੱਧਰ, ਬੱਚਿਆਂ ਨੂੰ ਵਕਤ ਦੇਣਾ ਬਹੁਤ ਜ਼ਰੂਰੀ ਹੈ ਅੱਜ। ਸੋ ਕਿਤੇ ਨਾ ਕਿਤੇ ਪੇਰੈਂਟਸ ਜਿਹੜੇ ਆ ਉਹਨਾਂ ਨੂੰ ਬਹੁਤ ਇੰਪੋਰਟੈਂਟ ਆਪਣੀ ਭੂਮਿਕਾ ਪਛਾਣਨੀ ਪਏਗੀ, ਸੰਵਾਦ ਬੱਚਿਆਂ ਦੇ ਨਾਲ ਸਥਾਪਿਤ ਕਰਨਾ ਪਏਗਾ। ਔਰ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਕਈ ਵਾਰੀ ਬੱਚੇ ਜਿਹੜੇ ਆ ਉਹ ਵੀ ਜਿੱਦ ਕਰਦੇ ਔਰ ਪੇਰੈਂਟਸ ਵੀ ਇਹ ਚਾਹੁੰਦੇ ਆ ਕਿ ਬੱਚੇ ਜਿਹੜੇ ਆ ਉਹ ਹੋਸਟਲਾਂ ਵਿੱਚ ਚਲੇ ਜਾਣ ਸਾਡੇ ਤੋਂ। ਉਹ ਜਿਹੜੀ ਫਰੀडम ਇੱਕ ਦੂਸਰੇ ਤੋਂ ਚਾਹੁੰਦੇ ਉਹ ਬੜਾ ਇੱਕ ਘਾਤਕ ਜਿਹਾ ਚੀਜ਼ ਜਿਹੜੀ ਉਹ ਨਜ਼ਰ ਆਉਂਦੀ। ਸੋ ਇਹਨੂੰ ਤੁਸੀਂ ਸੰਜੀਵ, ਹੋਸਟਲ ਦੀ ਲਾਈਫ ਮੈਨੂੰ ਲੱਗਦਾ ਹੁੰਦਾ ਕਿ ਖਾਸ ਤੌਰ ਤੇ ਕੁੜੀਆਂ ਲਈ ਬਹੁਤ ਜ਼ਰੂਰੀ ਹੈ। ਐਡਜਸਟੇਬਿਲਟੀ ਸਿੱਖਣੀ ਜਿਹੜੀ ਹੈ ਨਾ ਕੁੜੀਆਂ ਨੇ ਉਹਨੂੰ ਹੋਸਟਲ 'ਚ ਹੀ ਸਿੱਖਦੀਆਂ। ਜੇ ਮੈਂ ਆਪਣੀ ਪਰਸਨਲ ਗੱਲ ਕਰਾਂ, ਮੇਰੇ ਘਰ ਦੇ ਕੋਲ ਕਾਲਜ ਸੀਗਾ ਪਰ ਮੇਰੇ ਪੇਰੈਂਟਸ ਨੇ ਮੈਨੂੰ ਹੋਸਟਲ 'ਚ ਪੜ੍ਹਾਇਆ। ਪਹਿਲੀ ਗੱਲ ਤਾਂ ਮੇ ਵੀ ਹਾਲਾਤ ਕਰਕੇ ਹੋਏਗਾ ਕਿ ਬੱਚੇ ਸੇਫ ਨਹੀਂ ਹੈ, ਕੁੜੀਆਂ ਸੇਫ ਨਹੀਂ ਹੈ, ਕਿਉਂਕਿ ਆਪਾਂ ਦੇਖਦੇ ਹਾਂ ਕਿ ਕਿੱਦਾਂ ਅੱਜ ਸੜਕਾਂ ਤੇ ਧੀਆਂ ਦੀਆਂ ਚੁੰਨੀਆਂ ਲੱਥਦੀਆਂ ਆ, ਹੈ ਨਾ। ਆਪਾਂ ਗੱਲਾਂ ਬਹੁਤ ਵੱਡੀਆਂ ਵੱਡੀਆਂ ਕਰਦੇ ਹਾਂ ਪਰ ਅਜੇ ਵੀ ਸਾਡੀਆਂ ਧੀਆਂ ਸੇਫ ਨਹੀਂ ਹੈਗਾ। ਇੱਕ ਕਾਰਨ ਇਹ ਵੀ ਹੋਏਗਾ ਔਰ ਦੂਜਾ ਕਾਰਨ ਮੈਨੂੰ ਹਮੇਸ਼ਾ ਇਹ ਲੱਗਦਾ ਕਿ ਮੈਂ ਆਪਣੇ ਪੇਰੈਂਟਸ ਦਾ ਇਕੱਲਾ ਬੱਚਾ ਸੀ ਔਰ ਸ਼ਾਇਦ ਥੋੜਾ ਬਹੁਤਾ, ਜਿੱਦਾਂ ਤੁਹਾਨੂੰ ਪਤਾ ਇਕੱਲੇ ਬੱਚੇ ਥੋੜੀਆਂ ਵਿਗੜੀਆਂ ਹੁੰਦੀਆਂ ਆਦਤਾਂ। ਔਰ ਮੈਂ ਹਮੇਸ਼ਾ ਆਪਣੇ ਹੋਸਟਲ ਦੀਆਂ ਕੁੜੀਆਂ ਨੂੰ ਇਹੀ ਕਹਿੰਦੀ ਹਾਂ ਕਿ ਜੇ ਮੈਂ ਹੋਸਟਲ 'ਚ ਨਾ ਰਹੀ ਹੁੰਦੀ ਤਾਂ ਸ਼ਾਇਦ ਮੈਂ ਇੰਨੀ ਚੰਗੀ ਤਰ੍ਹਾਂ ਐਡਜਸਟ ਨਾ ਕਰ ਸਕੀ, ਕਿਉਂਕਿ ਹੋਸਟਲ ਦੇ ਵਿੱਚ ਅਸੀਂ ਐਡਜਸਟੇਬਿਲਟੀ ਸਿੱਖਦੇ ਹਾਂ। ਫਰੀडम ਕੋਈ ਇੰਨੀ ਖਾਸ ਨਹੀਂ ਆ ਹੋਸਟਲ 'ਚ, ਮੈਨੂੰ ਲੱਗਦਾ ਘਰ ਨਾਲੋਂ ਵੀ ਜ਼ਿਆਦਾ ਬੰਦਿਸ਼ਾਂ ਆ। ਵਾਰਡਨਸ ਨੇ ਰਾਊਂਡ ਲੈਣੇ ਆ, ਪੜ੍ਹਨ ਦਾ ਟਾਈਮ ਪੀਰੀਅਡ ਹੈ, ਖਾਣਾ ਇੰਨੇ ਵਜੇ ਮਿਲਣਾ। ਘਰ ਫਿਰ ਵੀ ਬੱਚੇ ਪੈਂਪਰਡ ਹੈ, ਮਾਵਾਂ ਲਿਹਾਜ਼ ਕਰ ਲੈਂਦੀਆਂ ਆ। ਪਰ ਹੋਸਟਲ ਦੀ ਜ਼ਿੰਦਗੀ ਜੇ ਆਪਾਂ ਇਹ ਕਹੀਏ ਕਿ ਲੋਕ ਆਪਣੇ ਗਲੋਂ ਲਾਉਣ ਲਈ ਆਪਣੇ ਬੱਚਿਆਂ ਨੂੰ ਹੋਸਟਲ 'ਚ ਭੇਜ ਦਿੰਦੇ, ਇਹ ਨਹੀਂ ਹੈ। ਸਿਆਣੇ ਮਾਂ-ਬਾਪ ਜਿਹੜੇ ਉਹ ਸਿਰਫ ਇਸ ਕਰਕੇ, ਖਾਸ ਤੌਰ 'ਤੇ ਧੀਆਂ ਨੇ ਜਿਨ੍ਹਾਂ ਨੇ ਨਵੇਂ ਘਰ 'ਚ ਜਾਣਾ ਉੱਥੇ ਜਾ ਕੇ ਕਿੱਦਾਂ ਐਡਜਸਟ ਕਰਨਾ ਇਹ ਹੋਸਟਲ 'ਚ ਸਿੱਖਦੀਆਂ ਆ। ਸੋ ਬੜਾ ਇੰਪੋਰਟੈਂਟ ਹੈ ਕਿ ਅਸੀਂ ਹਰ ਸਿਚੁਏਸ਼ਨ ਦੇ ਵਿੱਚ ਆਪਣੇ ਆਪ ਨੂੰ ਅਡੈਪਟ ਕਰਨਾ ਔਰ ਕਿਸ ਤਰੀਕੇ ਦੇ ਨਾਲ ਜਿਹੜਾ ਬਦਲਦਾ ਹੋਇਆ ਮਾਹੌਲ ਆ ਉਹਦੇ ਵਿੱਚ ਅਸੀਂ ਆਪਣੇ ਆਪ ਨੂੰ ਢਾਲਣਾ। ਮੈਡਮ, ਕੀ ਸਾਡੇ ਦਰਸ਼ਕਾਂ ਨੂੰ ਤੁਸੀਂ ਸੰਦੇਸ਼ ਦੇਣਾ ਚਾਹੋਗੇ? ਪੇਰੈਂਟਸ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਉਹ ਸਟੂਡੈਂਟਸ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੇ ਅੱਜ ਪੈਨਿਕ ਦੀ ਸਥਿਤੀ ਵਿੱਚ ਆ ਔਰ ਉਹਨਾਂ ਨੂੰ ਲੱਗ ਰਿਹਾ ਕਿ ਸ਼ਾਇਦ ਇਨਸਿਕਿਉਰਿਟੀ ਸਾਰੇ ਪਾਸੇ ਨਜ਼ਰ ਆ ਰਹੀ? ਨਹੀਂ, ਬਿਲਕੁਲ ਘਬਰਾਉਣ ਦੀ ਲੋੜ ਨਹੀਂ। ਸੁਨੇਹਾ ਮੇਰਾ ਇਹੀ ਹੈ ਕਿ ਆਪਣੀਆਂ ਧੀਆਂ 'ਤੇ ਵਿਸ਼ਵਾਸ ਕਰੋ ਔਰ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਫੈਸਲੇ ਲੈਣ ਦੀ ਖੁਦ ਮੁਖਤਿਆਰੀ ਦਿਓ। ਉਹਨਾਂ 'ਤੇ ਬਹੁਤ ਬੰਦਿਸ਼ਾਂ ਨਾ ਲਾਓ। ਅਸੀਂ ਪੜ੍ਹਨ ਲਿਖਣ ਦੀ ਖੁੱਲ੍ਹ ਦੇ ਦਿੱਤੀ, ਨੌਕਰੀ ਕਰਨ ਦੀ ਖੁੱਲ੍ਹ ਦੇ ਦਿੱਤੀ ਔਰਤ ਨੂੰ, ਪਰ ਔਰਤ ਨੂੰ ਅਜੇ ਵੀ ਜ਼ਿੰਦਗੀ ਦੇ ਫੈਸਲੇ ਲੈਣ ਦੀ, ਆਪਣੇ ਆਪ ਫੈਸਲੇ ਲੈਣ ਦੀ ਖੁੱਲ੍ਹ ਨਹੀਂ ਦਿੱਤੀ। ਅਜੇ ਵੀ ਅਸੀਂ ਇਹਨੂੰ ਦੇਵੀ ਦੇ ਰੂਪ 'ਚ ਤਾਂ ਸਾਨੂੰ ਕਬੂਲ ਹੈ ਪਰ ਇੱਕ ਇਨਸਾਨ ਦੇ ਰੂਪ 'ਚ ਅਸੀਂ ਅਜੇ ਵੀ ਉਹਨੂੰ ਮੰਨਣ ਨੂੰ ਤਿਆਰ ਨਹੀਂ ਹੈਗੇ। ਕੁੜੀਆਂ ਨੂੰ, ਧੀਆਂ ਨੂੰ, ਔਰਤਾਂ ਨੂੰ ਇੱਕ ਇਨਸਾਨ ਦੇ ਰੂਪ 'ਚ ਦੇਖੋ ਔਰ ਸਮਾਜ ਦੇ ਵਿੱਚ ਉਹਨਾਂ ਦਾ ਬਣਦਾ ਸਥਾਨ ਹੈ ਉਹਨਾਂ ਨੂੰ ਜ਼ਰੂਰ ਦਿਓ, ਕਿਉਂਕਿ ਔਰਤ ਦੇ ਯਤਨਾਂ ਤੋਂ ਬਿਨਾਂ, ਔਰਤ ਦੇ ਸਾਥ ਤੋਂ ਬਿਨਾਂ ਸਮਾਜ ਕਦੀ ਵੀ ਵਿਕਾਸ ਨਹੀਂ ਕਰ ਸਕਦਾ। ਔਰ ਇਕੱਠੇ ਹੋ ਕੇ, ਮੈਂ ਇਹ ਨਹੀਂ ਕਹਿੰਦੀ ਕਿ ਅਸੀਂ ਮਰਦ ਤੋਂ ਅੱਗੇ ਜਾਣਾ ਆ, ਅਸੀਂ ਔਰਤ ਮਰਦ ਬਰਾਬਰੀ ਦੀ ਗੱਲ ਕਰਦੇ ਹਾਂ। ਬਰਾਬਰ ਰਹਿ ਕੇ ਅਸੀਂ ਤੁਰਨਾ ਹੈ ਔਰ ਇਸ ਸਮਾਜ ਨੂੰ ਸੋਹਣਾ ਸੁਨੱਖਾ ਬਣਾਉਣਾ ਹੈ। ਸੋ ਇਹ ਸਨ ਡਾਕਟਰ ਨਵਜੋਤ ਕੌਰ, ਪ੍ਰਿੰਸੀਪਲ ਲਾਇਲਪੁਰ ਖਾਲਸਾ ਕਾਲਜ ਫॉर ਵੂਮਨ ਜਲੰਧਰ। ਬੇਬਾਕੀ ਦੇ ਨਾਲ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਪੇਰੈਂਟਸ ਨੂੰ ਕੀਤੀਆਂ ਕਿ ਕਿਸ ਤਰੀਕੇ ਦੇ ਨਾਲ ਬੱਚਿਆਂ ਦੀ ਅਪਬ੍ਰਿੰਗਿੰਗ ਦੇ ਵਿੱਚ ਪੇਰੈਂਟਸ ਦਾ ਰੋਲ ਹੋਣਾ ਚਾਹੀਦਾ, ਟੀਚਰਸ ਦਾ ਰੋਲ ਬਦਲਦੇ ਹੋਏ ਦੌਰ ਵਿੱਚ ਕਿਸ ਤਰੀਕੇ ਨਾਲ ਹੋਣਾ ਚਾਹੀਦਾ ਔਰ ਵਿਦਿਆਰਥੀ ਜਿਹੜੇ ਆ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਸਮਾਜ 'ਚ ਆਪਣੀ ਭੂਮਿਕਾ ਜਿਹੜੀ ਉਹ ਪਹਿਚਾਨਣੀ ਚਾਹੀਦੀ। ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਜੀ, ਥੈਂਕ ਯੂ।